ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਜਦੋਂ ਅਕਤੂਬਰ ਨਵੰਬਰ ਮਹੀਨੇ ਦਾ ਸਮਾਂ ਆਉਂਦਾ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਸੰਸਾਰ ਭਰ ਦੇ ਵਿੱਚ ਵਸਦੇ ਸਿੱਖ ਕੌਮ ਦੇ ਨਾਲ ਸੰਬੰਧਿਤ ਲੋਕ ਆਪਣੇ ਦੁੱਖ ਦਾ ਇਜ਼ਹਾਰ ਕਰਦੇ ਨੇ। ਦਰਅਸਲ 31 ਅਕਤੂਬਰ ਨੂੰ 1984 'ਚ ਇੰਦਰਾ ਗਾਂਧੀ ਦਾ ਕਤਲ ਹੋਇਆ, ਜੋ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਸੀ। ਤੇ ਉਸ ਤੋਂ ਬਾਅਦ ਨਵੰਬਰ ਤੋਂ ਸਿੱਖ ਕਤਲੇਆਮ ਸ਼ੁਰੂ ਹੋਇਆ, ਜੋ ਸਿੱਖ ਨਸਲਕੁਸ਼ੀ ਦੇ ਤੌਰ 'ਤੇ ਸੰਸਾਰ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਇਹ ਦੁਖਾਂਤ ਵਾਪਰਨ ਦੇ ਸਬੰਧ ਦੇ ਵਿੱਚ ਹੁਣ ਤੱਕ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ, ਇਸ ਦੇ ਬਾਰੇ ਹਜ਼ਾਰਾਂ ਵਿਚਾਰਾਂ ਹੋਈਆਂ, ਪਰ ਅਜੇ ਤੱਕ ਵੀ ਭਾਰਤੀ ਹਕੂਮਤ ਦੀ ਦਹਿਸ਼ਤ ਦੇ ਕਾਰਨ ਦੁਨੀਆ ਭਰ ਦੇ ਵਿੱਚ ਇਸ ਨੂੰ ਨਸਲਕੁਸ਼ੀ ਨਹੀਂ ਮੰਨਿਆ ਗਿਆ। ਉਸ ਦਾ ਕਾਰਨ ਇਹ ਹੈ ਕਿ ਇਹ ਸਟੇਟ ਸਪਾਂਸਰ ਟੈਰਰਿਜ਼ਮ ਸੀ। ਨਸਲਕੁਸ਼ੀ ਦਾ ਇਹ ਦੁਖਾਂਤ ਜਿਹੜਾ ਸੀ, ਇਤਿਹਾਸ ਦੇ ਵਿੱਚ ਜੇਕਰ ਦੇਖੀਏ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਭਾਰਤ ਦੇ ਉੱਤੇ ਕਾਬਜ਼ ਧਿਰਾਂ ਰਹੀਆਂ ਉਹਨਾਂ ਤੋਂ ਵੀ ਖਤਰਨਾਕ ਸੀ। ਮੁਗਲਾਂ ਅਤੇ ਫਰੰਗੀਆਂ ਤੋਂ ਵੱਧ ਅਤਿਆਚਾਰ ਨਸਲਕੁਸ਼ੀ ਸਿੱਖ ਕੌਮ ਦੀ ਕੀਤੀ ਹਿੰਦ ਸਰਕਾਰ। ਇਹ ਕਿਸੇ ਇੱਕ ਭਾਈਚਾਰੇ ਦਾ ਦੂਸਰੇ ਭਾਈਚਾਰੇ ਦੇ ਖਿਲਾਫ ਜਹਾਦ ਨਹੀਂ ਸੀ, ਫਸਾਦ ਨਹੀਂ ਸੀ, ਦੰਗਾ ਨਹੀਂ ਸੀ। ਇੱਕ ਸਟੇਟ ਸਪਾਂਸਰਡ ਟੈਰਰਿਜ਼ਮ ਸੀ, ਕਤਲੇਆਮ ਸੀ, ਜੈਨੋਸਾਈਡ ਸੀ। ਪਰ ਇਸ ਦੇ ਬਾਵਜੂਦ ਇਹ ਗੱਲ ਮੰਨਣ ਦੇ ਵਾਸਤੇ ਅਜੇ ਤੱਕ ਹਕੂਮਤ ਤਿਆਰ ਨਹੀਂ। ਸਿਆਸੀ ਮੁਫਾਦ ਲਈ ਗੱਲਬਾਤ ਹੁੰਦੀ ਹੈ। ਦੂਜੇ ਪਾਸੇ ਦੁਨੀਆ ਭਰ 'ਚ ਵਸਦੇ ਸਿੱਖ ਇਸ ਮੌਕੇ 'ਤੇ ਨਵੰਬਰ ਮਹੀਨੇ ਨਾ ਸਿਰਫ ਕੈਨੇਡਾ 'ਚ ਹੀ ਬਲਕਿ ਵਿਸ਼ਵ ਭਰ ਦੇ ਵਿੱਚ ਇਸ ਦੀ ਯਾਦ ਨੂੰ ਮਨਾਉਂਦੇ ਹੋਏ ਉਸਾਰੂ ਕਾਰਜ ਕਰਦੇ ਨੇ, ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਪਾਰਲੀਮੈਂਟਾਂ ਦੇ ਵਿੱਚ ਸਮੇਂ-ਸਮੇਂ ਕੁਝ ਨੁਮਾਇੰਦੇ ਉਸ ਦੁਖਾਂਤ ਦੇ ਬਾਰੇ ਗੱਲਬਾਤ ਪਹੁੰਚਾਉਂਦੇ ਨੇ। ਕਿਤੇ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਖੂਨਦਾਨ ਦੀ ਮੁਹਿੰਮ ਚਲਾ ਕੇ ਬਹੁਤ ਵੱਡੇ ਪੱਧਰ 'ਤੇ 1999 ਤੋਂ ਲੈ ਕੇ ਹੁਣ ਤੱਕ 1,65,000 ਤੋਂ ਵੱਧ ਜਾਨਾਂ ਕੇਵਲ ਕੈਨੇਡਾ ਦੇ ਵਿੱਚ ਪਹੁੰਚਾਈਆਂ ਜਾ ਚੁੱਕੀਆਂ ਨੇ, ਜਦਕਿ ਹੋਰਨਾਂ ਦੇਸ਼ਾਂ 'ਚ ਵੀ ਨੇ। ਇਸ ਤੋਂ ਇਲਾਵਾ ਲੇਖਕ ਲਿਖਦੇ ਨੇ, ਸਾਹਿਤਕਾਰ ਕਿਤਾਬਾਂ ਲਿਖਦੇ ਨੇ। ਚੰਗੀ ਗੱਲ ਹੈ। ਅੱਜ ਵੀ ਜਿਹੜੀ ਗੱਲਬਾਤ ਅਸੀਂ ਕਰਨੀ ਹੈ, ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ। ਉਹਨਾਂ ਨੇ ਨੋਟਸ ਔਨ 1984 ਜਿਹੜੀ ਕਿਤਾਬ ਹੈ ਉਹਨਾਂ ਦੀ ਬਾਕਾਇਦਾ ਤੌਰ 'ਤੇ ਜਿਹੜੀ ਕਿਤਾਬ ਅਸੀਂ ਉਸ ਦੀ ਤਸਵੀਰ ਵੀ ਤੁਹਾਡੇ ਨਜ਼ਰ ਕਰਦੇ ਹੋਏ ਉਸ ਦੇ ਸਬੰਧ ਦੇ ਵਿੱਚ ਵੀ ਗੱਲਬਾਤ ਕਰਾਂਗੇ। ਉਹ ਜਿਹੜੀ ਉਹਨਾਂ ਦੀ ਲਿਖਤ ਹੈ ਉਸ ਇਤਿਹਾਸ ਨੂੰ, ਦੁਖਾਂਤ ਨੂੰ, ਘਟਨਾਵਾਂ ਨੂੰ ਬਿਆਨ ਕਰਦੀ ਹੈ। ਇਹ ਵੀ ਇੱਕ ਉਪਰਾਲਾ ਹੈ। ਇਸ ਤੋਂ ਇਲਾਵਾ ਇਸ ਕਿਤਾਬ ਦੇ ਵਿੱਚ ਜੋ ਸਾਰਾ ਇਤਿਹਾਸਕ ਅਤੇ ਮੌਜੂਦਾ ਸਮੇਂ ਜਿਹੜਾ ਬਿਰਤਾਂਤ ਹੈ ਉਸ ਨੂੰ ਵੀ ਪੇਸ਼ ਕੀਤਾ ਗਿਆ ਕਿ ਅੱਜ ਦੀ ਮੌਜੂਦਾ ਫਾਸ਼ੀਵਾਦੀ ਸਰਕਾਰ ਪਹਿਲੀ ਕਾਂਗਰਸ ਸਰਕਾਰ ਨਾਲੋਂ ਕਿਵੇਂ ਕੀ ਵੱਖ ਹੈ ਵੀ ਜਾਂ ਨਹੀਂ, ਕੀ ਇਨਸਾਫ ਦੇ ਵਾਸਤੇ ਤਤਪਰ ਵੀ ਹੈ ਜਾਂ ਨਹੀਂ, ਇਹ ਗੱਲ ਵੀ ਹੈ। ਇਸ ਤੋਂ ਇਲਾਵਾ ਕੁਝ ਇੱਕ ਹੋਰ ਉਪਰਾਲੇ ਹੋਏ ਨੇ। ਇੱਕ ਨਸਲਕੁਸ਼ੀ 1984, ਉਹਦੇ 'ਚ ਬਹੁਤ ਵਧੀਆ ਸੇਵਕ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਉਹਨਾਂ ਦੇ ਸਾਥੀਆਂ ਨੇ ਉਪਰਾਲਾ ਕੀਤਾ, ਕਿਤਾਬ ਲਿਖੀ ਹੈ। ਨਾਲੋਂ ਨਾਲ ਕਹਾਣੀਕਾਰਾਂ ਨੇ, ਲੇਖਕਾਂ ਨੇ, ਬੁੱਧੀਜੀਵੀਆਂ ਨੇ ਲਿਖਤਾਂ ਲਿਖੀਆਂ ਨੇ। ਇਸ ਤੋਂ ਇਲਾਵਾ ਡਾਕਟਰ ਹਰਭਜਨ ਸਿੰਘ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਬੜੇ ਉੱਘਾ ਚਿੰਤਕ ਸਨ, ਉਹਨਾਂ ਨੇ 1984 ਬਾਰੇ ਵੱਖਰੇ ਤੌਰ 'ਤੇ ਜਿਹੜੀਆਂ ਆਪਣੀਆਂ ਸਮੂਹ ਕਵਿਤਾਵਾਂ ਲਿਖੀਆਂ ਜੂਨ 84 ਦੇ ਹਮਲੇ ਅਤੇ ਨਵੰਬਰ 1984 ਦੇ ਦੁਖਾਂਤ ਬਾਰੇ। ਅਜੀਤ ਕੌਰ ਜਾਂ ਹੋਰ ਲੇਖਕਾਂ ਨੇ ਜਿਨ੍ਹਾਂ ਨੇ ਸਮੇਂ-ਸਮੇਂ, ਇੱਥੋਂ ਤੱਕ ਕਿ ਖੁਸ਼ਵੰਤ ਸਿੰਘ ਨੇ ਜੋ ਖੁਦ ਉਸ ਦੌਰਾਨ ਭੱਜ ਕੇ ਜਾਨ ਬਚਾਈ, ਕੀ ਹੋਇਆ, ਉਹ ਸਾਰੀ ਗੱਲਬਾਤ ਕਰਾਂਗੇ। ਪਰ ਉੱਥੇ ਸਰਕਾਰ ਦੇ ਸਰਪ੍ਰਸਤੀ ਦੇ ਰਹਿਣ ਵਾਲੀ ਅੰਮ੍ਰਿਤਾ ਪ੍ਰੀਤਮ ਵਰਗੇ ਚੁੱਪ ਵੀ ਰਹੇ, ਮੂੰਹ 'ਚ ਘੁੰਗਣੀਆਂ ਪਾਈ ਰੱਖੀਆਂ, ਬੋਲੇ ਨਾ, ਸਾਹਮਣੇ ਜੋ ਬੇਪਤੀ ਜਾਂ ਕਤਲੇਆਮ ਹੋਇਆ ਗੱਲ ਨਾ ਕੀਤੀ। ਅੱਜ ਜਦੋਂ ਅਸੀਂ ਵਿਸ਼ਵ ਪੱਧਰ 'ਤੇ ਇਹ ਗੱਲ ਉਠਾ ਰਹੇ ਹਾਂ, ਅੱਜ ਮਸਲਾ ਇਹ ਹੈ ਕਿ ਨਸਲਕੁਸ਼ੀ ਦੇ ਇਸ ਦੁਖਾਂਤ ਨੂੰ ਇੱਕ ਪਾਸੇ ਯਾਦ ਕੀਤਾ ਜਾਂਦਾ ਹੈ, ਦੂਜੇ ਪਾਸੇ ਤਿਰੰਗਾ ਰੈਲੀਆਂ ਕੱਢ ਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜ਼ਹਿਰ ਭਰੀ ਜਾ ਰਹੀ ਹੈ। ਇੱਕ ਪਾਸੇ ਇਨਸਾਫ ਦੀ ਲੜਾਈ ਹੈ, ਦੂਸਰੇ ਪਾਸੇ ਪੀੜਤਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ। ਇੱਕ ਪਾਸੇ ਜਿਹੜੀ ਕੌਮ ਨੇ ਇਹ ਸੰਕਟ ਝੱਲਿਆ ਉਹ ਸਮੇਂ ਦੇ ਨਾਲ ਦੁਨੀਆ ਨੂੰ ਦੱਸ ਰਹੀ ਹੈ ਕਿ ਦੁੱਖ ਕਿਸ ਕਿਸਮ ਦਾ ਪੇਨ ਜਿਹੜਾ ਉਹ ਮਹਿਸੂਸ ਕਰ ਰਹੀ ਹੈ, ਪਰ ਦੂਜੇ ਪਾਸੇ ਇਸ ਨੂੰ ਜੈਨੋਸਾਈਡ ਮੰਨਣ ਤੋਂ ਸਰਕਾਰਾਂ ਦੇ ਉੱਪਰ ਦਬਾਅ ਪਾ ਕੇ ਰੋਕਿਆ ਜਾ ਰਿਹਾ। ਉਹੀ ਸਰਕਾਰਾਂ ਜਿਹੜੀਆਂ ਕਿ ਹੋਲੋਕਾਸਟ ਦੇ ਵਾਸਤੇ, ਯਹੂਦੀਆਂ ਦੇ ਅਤਿਆਚਾਰ ਲਈ ਉਸ ਨੂੰ ਨਸਲਕੁਸ਼ੀ ਮੰਨਦੀਆਂ। ਜੇ ਕੋਈ ਮੁਨਕਰ ਹੁੰਦਾ ਤਾਂ ਉਸ ਦੇ ਖਿਲਾਫ ਚਾਰਜ ਲੱਗਦਾ ਹੈ। ਉਹੀ ਕੈਨੇਡਾ ਦੀ ਸਰਕਾਰ ਜਿਹੜੀ ਕੁਝ ਦਿਨ ਪਹਿਲਾਂ ਇੱਥੋਂ ਦੇ ਇੰਡੀਜਨਸ ਭਾਈਚਾਰੇ 'ਤੇ ਹੋਏ ਜ਼ਬਰ ਨੂੰ ਨਸਲਕੁਸ਼ੀ ਕਰਾਰ ਦਿੰਦੀ ਹੈ ਅਤੇ ਬਾਕਾਇਦਾ ਤੌਰ 'ਤੇ ਉਸ ਨੂੰ ਮਾਨਤਾ ਦਿੰਦੀ ਹੈ।
ਪਰ ਕੈਨੇਡਾ ਦੇ ਵਿੱਚ ਵੀ ਇਹ ਮਤੇ ਰੱਦ ਕੀਤੇ ਗਏ, ਇਹ ਉਤਸ਼ਾਹ ਦਿਖਾਉਣ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤੇ ਗਏ। ਐਮਪੀਜ਼ ਜਿਹੜੇ ਸਨ ਉਹਨਾਂ ਨੂੰ ਵੀਜ਼ੇ ਉਹਨਾਂ ਦੇ ਭਾਰਤ ਸਰਕਾਰ ਨੇ ਰੱਦ ਕੀਤੇ। ਨਸਲਕੁਸ਼ੀ ਦਾ ਜਿਹੜਾ ਇਹ ਦੁਖਾਂਤ ਹੈ ਉਸ ਨੂੰ ਬੋਲਣ ਤੋਂ ਵੀ ਰੋਕਿਆ ਜਾ ਰਿਹਾ ਹੈ। ਸਿਆਸੀ ਮੁਫਾਦ ਲਈ ਜਿਹੜਾ ਦੇਸ਼ ਦਾ ਮੌਜੂਦਾ ਸੱਤਾਧਾਰੀ ਢਾਂਚਾ ਹੈ ਉਹ ਬੀਜੇਪੀ ਤੇ ਉਸ ਦੇ ਸਾਥੀਆਂ ਦਾ, ਰਾਜਨੀਤੀ ਲਈ ਉਹ ਕੁਝ ਵੀ ਕਰਨ ਪਰ ਇਮਾਨਦਾਰਾਂ ਨਾਲ ਪਹੁੰਚ ਕੀ ਹੈ ਉਹ ਸਾਡੇ ਸਾਹਮਣੇ ਹੈ। ਇਹ ਸਾਰੇ ਦੁਖਾਂਤ ਨੂੰ ਵਰਤਮਾਨ ਸੰਦਰਭ ਦੇ ਵਿੱਚ ਵਿਚਾਰਨ ਲਈ ਅੱਜ ਦਾ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਲੇਖਕ ਇਸ ਕਿਤਾਬ ਦੇ ਤੇ ਸਾਡੇ ਨਾਲ ਸਾਥੀ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਇਸ ਵੇਲੇ ਸ਼ਾਮਲ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ। ਗੁਰਦਰ ਸਿੰਘ ਜੀ, ਬਹੁਤ ਮਿਹਰਬਾਨੀ ਤੁਹਾਡੀ ਮੰਚ ਮੁਹੱਈਆ ਕਰਨ ਲਈ, ਮੇਰੀ ਕਿਤਾਬ ਬਾਰੇ ਚਰਚਾ ਕਰ ਰਹੇ ਹੋ ਉਸ ਦੇ ਲਈ ਬਹੁਤ ਤੁਹਾਡਾ ਤਹਿ ਦਿਲੋਂ ਸ਼ੁਕਰੀਆ। ਮਿਹਰਬਾਨੀ ਜੀ, ਤੁਸੀਂ ਉਪਰਾਲਾ ਕੀਤਾ। ਪਿਛਲੇ ਸਾਲ ਇਹ ਕਿਤਾਬ ਇਹਨਾਂ ਦਿਨਾਂ 'ਚ ਰਿਲੀਜ਼ ਵੀ ਹੋਈ। ਹੁਣ ਵੀ ਅਸੀਂ ਇਸ ਕਿਤਾਬ ਨੂੰ ਦੁਬਾਰਾ ਜਿਹੜਾ ਸਰੋਤਿਆਂ ਦਰਸ਼ਕਾਂ ਨੂੰ ਇਹ ਕਹਾਂਗੇ ਕਿ ਜ਼ਰੂਰ ਪੜ੍ਹਨ। ਅਸੀਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਇਹ ਜਿਹੜੀ ਤੁਹਾਡੀ ਲਿਖਣ ਦੀ ਇਸ ਪ੍ਰਤੀ ਤੁਹਾਡੀ ਵਚਨਬੱਧਤਾ ਬਣੀ ਜਾਂ ਪਿਛੋਕੜ ਤੋਂ ਲੈ ਕੇ ਜੋ ਸਾਰੇ ਘਟਨਾਵਾਂ ਨੂੰ ਤੁਸੀਂ ਦੇਖਿਆ ਨਿਚੋੜ ਰੂਪ ਦੇ ਵਿੱਚ, ਜਿਹੜੇ ਨੋਟਸ ਔਨ 1984 ਇਹਦੇ 'ਤੇ ਜਿਹੜੇ ਤੁਸੀਂ ਨੋਟਸ ਲਏ, ਇਹਨਾਂ 'ਤੇ ਰੋਸ਼ਨੀ ਪਾਓ। ਗੁਰਦਰ ਸਿੰਘ ਜੀ, ਜਿਹੜੀ ਆਹ ਪੁਸਤਕ ਹੈ ਜਿਸ ਦੀ ਤੁਸੀਂ ਚਰਚਾ ਕਰ ਰਹੇ ਹੋ, ਇਹਦਾ ਸਬਬ ਤਾਂ ਇੱਦਾਂ ਬਣਿਆ ਕਿ ਜਦੋਂ ਮੈਂ 2001 'ਚ ਕੈਨੇਡਾ ਆਇਆ ਪ੍ਰਵਾਸ ਕਰਕੇ ਭਾਰਤ ਤੋਂ, ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਸਤੰਬਰ ਵਿੱਚ ਜਾ ਕੇ ਐਡਾ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਅਮਰੀਕਾ ਦੇ ਵਿੱਚ। ਉਸ ਵਿੱਚ ਇਕੱਲੇ ਉਸ ਹਮਲੇ 'ਚ 3000 ਦੇ ਕਰੀਬ ਲੋਕ ਮਾਰੇ ਗਏ। ਸੋ ਉਸ ਵੇਲੇ ਇਹ ਹੋਇਆ ਕਿ ਜਦੋਂ ਇਸ ਹਮਲੇ ਤੋਂ ਬਾਅਦ ਅਸੀਂ ਵੇਖਿਆ ਕਿ ਮੁਸਲਮਾਨਾਂ ਅਤੇ ਸਿੱਖਾਂ ਦੇ ਖਿਲਾਫ ਨਸਲੀ ਹਮਲੇ ਸ਼ੁਰੂ ਹੋ ਗਏ। ਸੋ ਜਦੋਂ ਨਸਲੀ ਹਮਲੇ ਸ਼ੁਰੂ ਹੋਏ ਤਾਂ ਉਹਨਾਂ ਦਿਨਾਂ ਦੇ ਵਿੱਚ ਵੈਨਕੂਵਰ ਦੇ ਸਿੱਖ ਟੈਕਸੀ ਚਾਲਕ 'ਤੇ ਵੀ ਹਮਲਾ ਹੋਇਆ ਸੀ ਜੀ। ਮੈਂ ਉਸ ਨੂੰ ਇੰਟਰਵਿਊ ਕੀਤਾ ਤਾਂ ਉਸਨੇ ਇੱਕ ਗੱਲ ਜਿਹੜੀ ਕਹੀ ਉਹ ਮੇਰੇ ਨਾਲ ਅਜੇ ਤੱਕ ਮੇਰੇ ਜ਼ਿਹਨ ਵਿੱਚ ਤਾਜ਼ਾ ਹੈ, ਔਰ ਇਸਨੇ ਮੈਂ ਸਮਝਦਾ ਕਿ ਇਹਨਾਂ ਨਿਬੰਧਾਂ ਜਾਂ ਇਸ ਪੁਸਤਕ ਲਈ ਇੱਕ ਮੁੱਢ ਬੰਨ੍ਹ ਦਿੱਤਾ। ਉਸ ਦਾ ਕਹਿਣਾ ਸੀ, ਮੈਂ ਉਹਨੂੰ ਪੁੱਛਿਆ ਕਿ ਤੁਸੀਂ ਭਾਰਤ ਤੋਂ ਆਏ ਹੋ, ਦਸਤਾਰਧਾਰੀ ਸਿੱਖ ਹੋ, ਉੱਥੇ ਜੋ 84 'ਚ ਹੋਇਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਮਿੱਥ ਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਸਤੰਬਰ 11 ਦੇ ਹਮਲੇ ਤੋਂ ਬਾਅਦ ਇੱਥੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਨਾਲ ਦੇ ਨਾਲ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਵੀ ਨਿਸ਼ਾਨਾ ਬਣਾਇਆ ਗਿਆ। ਸੋ ਇਹਨਾਂ ਦੋਨਾਂ ਘਟਨਾਵਾਂ ਸਮਾਨਤਾਵਾਂ ਤੋਂ ਤੁਸੀਂ ਕਿਵੇਂ ਵੇਖਦੇ ਹੋ? ਉਸ ਦਾ ਇਹ ਕਹਿਣਾ ਸੀ ਕਿ ਜਿਹੜੇ ਘੱਟ ਗਿਣਤੀ ਫਿਰਕਿਆਂ ਨਾਲ ਜੁੜੇ ਹੋਏ ਲੋਕ ਨੇ, ਹਮੇਸ਼ਾ ਉਹਨਾਂ ਨੂੰ ਹੀ ਇਹ ਮਤਲਬ ਇਸ ਤਰ੍ਹਾਂ ਦੀ ਔਖਾਈ ਝੱਲਣੀ ਪੈਂਦੀ ਹੈ। ਜੇ ਕੋਈ ਮੈਜੋਰਟੀ ਦਾ ਹੋਵੇ ਉਸ ਦੇ ਨਾਲ ਕਦੇ ਇੱਦਾਂ ਨਹੀਂ ਹੁੰਦਾ। ਮਿਸਾਲ ਤੌਰ 'ਤੇ ਜਿਵੇਂ ਮਹਾਤਮਾ ਗਾਂਧੀ ਦਾ ਕਤਲ ਨਥੂਰਾਮ ਗੋਡਸੇ ਨੇ ਕੀਤਾ, ਮਹਾਰਾਸ਼ਟਰੀਅਨ ਬ੍ਰਾਹਮਣਸ ਦੇ ਖਿਲਾਫ ਕੋਈ ਇਹੋ ਜਿਹੀ ਮੁਹਿੰਮ ਨਹੀਂ ਚੱਲੀ ਜਿਹੜੀ ਸਿੱਖਾਂ ਦੇ ਖਿਲਾਫ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਚਲਾਈ ਗਈ। ਕਦੇ ਨਹੀਂ ਇਸ ਤਰ੍ਹਾਂ ਹੋਇਆ। ਰਾਜੀਵ ਗਾਂਧੀ ਜਦੋਂ ਜਿਸਨੇ ਕਿਹਾ ਸੀ ਕਿ ਵੱਡਾ ਰੁੱਖ ਡਿੱਗਦਾ ਧਰਤੀ ਹਿਲਦੀ, ਜਦੋਂ ਉਸ ਦਾ ਕਤਲ ਹੋਇਆ ਤਾਮਿਲਾਂ ਨੇ ਕੀਤਾ ਤੇ ਤਾਮਿਲਾਂ ਦੇ ਖਿਲਾਫ ਕੋਈ ਕਤਲੇਆਮ ਨਹੀਂ ਹੋਏ। ਸੋ ਉਸ ਸਿੱਖ ਟੈਕਸੀ ਚਾਲਕ ਦਾ ਇਹ ਸਵਾਲ ਸੀਗਾ ਕਿ ਹਮੇਸ਼ਾ ਘੱਟ ਗਿਣਤੀਆਂ ਨੂੰ ਹੀ ਕਿਉਂ ਖਮਿਆਜਾ ਭੁਗਤਣਾ ਪੈਂਦਾ। ਉਸ ਗੱਲ ਨੇ ਮੈਨੂੰ ਬਹੁਤ ਝੰਜੋੜਿਆ, ਜਿਸ ਤੋਂ ਬਾਅਦ ਮੈਂ ਇੱਕ ਕਹਾਣੀ ਲਿਖੀ, ਨੋ ਐਸਕੇਪ ਉਸ ਦਾ ਨਾਂ ਸੀ। ਉਹ ਇਹਨਾਂ ਦੋ ਦੁਖਾਂਤਾਂ ਨੂੰ ਜੋੜਨ ਵਾਲੀ ਇੱਕ ਕਾਲਪਨਿਕ ਕਹਾਣੀ ਸੀ। ਉਹ ਫਿਕਸ਼ਨ ਮੈਂ ਲਿਖ ਕੇ ਤੀਸਰਾ ਸਤਲਵਾੜ ਨੂੰ ਭੇਜਿਆ, ਔਰ ਜਿਹੜੀ ਕਮਨਲ ਕਮੈਡ ਨਾਂ ਦਾ ਪਰਚਾ ਕੱਢਦੀ ਹੈ, ਉਹਨਾਂ ਨੇ ਆਪਣੇ ਪਰਚੇ 'ਚ ਉਹ ਕਹਾਣੀ ਛਾਪੀ। ਸੋ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਲਗਾਤਾਰ ਇਸ ਸਵਾਲ ਨੂੰ ਮੈਂ ਜੂਝਦਾ ਰਿਹਾ ਇਸ ਦੇ ਨਾਲ, ਔਰ ਉਸ ਤੋਂ ਬਾਅਦ ਕਈ ਮੌਕੇ ਹੋਰ ਆਏ। ਤੁਸੀਂ ਵੇਖੋ, ਇਹ 2001 ਦੀ ਅਸੀਂ ਗੱਲ ਕਰ ਰਹੇ ਹਾਂ। 2002 ਵਿੱਚ ਫਰਵਰੀ 'ਚ ਜਦੋਂ ਗੋਧਰਾ ਕਾਂਡ ਹੁੰਦਾ ਜੀ, ਸਾਰੇ ਮੁਸਲਿਮ ਭਾਈਚਾਰਿਆਂ ਨੂੰ ਮਿਥ ਕੇ ਗੁਜਰਾਤ ਵਿੱਚ ਨਿਸ਼ਾਨਾ ਬਣਾਇਆ ਗਿਆ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਕੰਧਮਾਲ ਇਲਾਕੇ ਵਿੱਚ ਉੜੀਸਾ ਵਿੱਚ ਇੱਕ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦਾ ਕਤਲ ਹੁੰਦਾ। ਮਾਓਵਾਦੀ ਜ਼ਿੰਮੇਵਾਰੀ ਲੈ ਰਹੇ ਨੇ, ਬਾਵਜੂਦ ਉਸਦੇ ਮਿਥ ਕੇ ਕ੍ਰਿਸਚਨ ਭਾਈਚਾਰੇ ਦੇ ਖਿਲਾਫ ਕਤਲੋਗਾਰਤ ਹੁੰਦੀ ਹੈ। ਸੋ ਸਾਰੇ ਜਦੋਂ ਚੀਜ਼ਾਂ ਨੂੰ ਵੇਖਦੇ ਹਾਂ ਤਾਂ ਸਮਝ ਪੈਂਦੀ ਕਿ ਕਿਵੇਂ ਘੱਟ ਗਿਣਤੀਆਂ ਨੂੰ ਹੀ ਹਮੇਸ਼ਾ ਨਿਸ਼ਾਨੇ 'ਤੇ ਰੱਖਿਆ ਗਿਆ। ਜੀ ਜੀ। ਫਿਰ ਸਾਡੇ ਕੋਲ ਕੈਨੇਡਾ ਵਿੱਚ ਮਿਸਾਲਾਂ ਨੇ, ਜਦੋਂ ਪਰਲ ਹਾਰਬਰ ਦਾ ਹਮਲਾ ਹੋਇਆ, ਜਾਪਾਨੀ ਫੜ ਕੇ ਜੇਲ੍ਹਾਂ 'ਚ ਤਾੜ ਦਿੱਤੇ ਗਏ। ਆਪ ਹੁਣ ਕੋਵਿਡ-19 ਦੇ ਵੇਲੇ ਅਸੀਂ ਵੇਖਿਆ ਕਿ ਕਿਵੇਂ ਏਸ਼ੀਅਨ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਰੇ ਕੋਈ ਤੇ ਭਰੇ ਕੋਈ ਦਾ ਸਿਧਾਂਤ ਹਮੇਸ਼ਾ ਘੱਟ ਗਿਣਤੀ ਦੇ ਖਿਲਾਫ ਲਾਗੂ ਕੀਤਾ ਗਿਆ। ਇਸ ਗੱਲ ਨੇ ਮੈਨੂੰ ਪ੍ਰੇਰਿਆ ਕਿ ਮੈਂ ਲਗਾਤਾਰ ਇਸ ਮੁੱਦੇ 'ਤੇ ਨਿੱਠ ਕੇ ਲਿਖਾਂ, ਔਰ ਅਨੇਕਾਂ ਮੌਕੇ ਆਏ ਮੈਂ ਲਿਖਦਾ ਵੀ ਰਿਹਾ। ਫਿਰ ਬਾਅਦ 'ਚ ਇਸ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ, ਜਿਹੜਾ ਨਿਬੰਧਾਂ ਨੂੰ ਇਕੱਠਿਆਂ ਕਰਕੇ ਇੱਕੋ ਥਾਂ ਦੇ ਉੱਤੇ ਕਿਸ ਤਰ੍ਹਾਂ ਲੋਕਾਂ ਦੇ ਲਈ ਇੱਕ ਵਿਸ਼ਾ ਵਸਤੂ ਦਾ ਇੰਤਜ਼ਾਮ ਕੀਤਾ ਜਾਵੇ, ਇਹ ਮੇਰੀ ਇੱਛਾ ਸੀ। ਪਰ ਮੁੱਢ ਇਸ ਦਾ ਮੈਂ ਸਮਝਦਾ 2001 ਦੇ ਵਿੱਚ ਸਤੰਬਰ 11 ਦੀ ਘਟਨਾਵਾਂ ਦੀ ਰੌਸ਼ਨੀ ਵਿੱਚ ਵੱਜਿਆ। ਇਹ ਵੀ ਇੱਕ ਇਤਿਹਾਸਕ ਪਹਿਲੂ ਹੈ ਕਿ ਜਦੋਂ ਇੱਕ ਸੰਤਾਪ ਸਾਹਮਣੇ ਆਉਂਦਾ ਤਾਂ ਉਸ ਦੇ ਨਾਲ ਜੁੜਦੇ ਹੋਰ ਘਟਨਾਵਾਂ ਦੇ ਦੁਖਾਂਤ ਜਿਹੜੇ ਆ ਉਹ ਮਨ ਦੇ ਵਿੱਚ ਜਿਵੇਂ ਉੱਭਰਦੇ ਨੇ। ਸੋ ਕੈਨੇਡਾ ਦੀ ਧਰਤੀ 'ਤੇ ਜੋ ਇਹੋ ਜਿਹੇ ਘਟਨਾਵਾਂ ਜਿਹੜੀਆਂ ਜੋ ਸਤੰਬਰ 11 ਤੋਂ ਬਾਅਦ 9/11 ਦੇ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਹੋਈਆਂ, ਉਸ ਦੇ ਨਾਲ ਅਮਰੀਕਾ ਦੇ ਵਿੱਚ ਹੋਈਆਂ, ਇਹ ਸਵਾਲ ਪੈਦਾ ਹੋਏ। ਪਰ ਹੁਣ ਅੱਗੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ,
ਉਹਨਾਂ ਨੂੰ ਬਕਾਇਦਾ ਤੌਰ ਤੇ ਇਨਸਾਫ ਦੇ ਲਈ ਮੰਨਿਆ ਜਾਂਦਾ, ਇੱਕ ਧਿਰ ਮੰਨਿਆ ਜਾਂਦਾ, ਉਹਨਾਂ ਦੀ ਗੱਲ ਸੁਣੀ ਜਾਂਦੀ ਹੈ। ਕੈਨੇਡਾ ਦੇ ਵਿੱਚ ਬਿਲਕੁਲ ਉਲਟਾ ਹੈ। ਅੱਜ ਬੇਸ਼ੱਕ ਹੋਰਨਾਂ ਦੇਸ਼ਾਂ ਤੋਂ ਵੱਧ ਇੱਥੇ ਉਤਸ਼ਾਹ ਸਾਡੀ ਕੌਮ ਦੇ ਵਿੱਚ ਹੈ। ਇਸ ਵੇਲੇ ਵੀ ਆਵਾਜ਼ ਉੱਠ ਰਹੀ ਹੈ ਕਿ ਆ ਜਦੋਂ ਹੁਣ 1984 ਦਾ ਦੁਖਾਂਤ ਅੱਜ ਤੋਂ ਲੜੀਵਾਰ ਚੱਲਣਾ, ਗੁਰਮਤਿ ਸੈਂਟਰ ਐਬਸਫੋਰਡ ਵਾਲੇ ਬੱਚੇ ਜਿਹੜੇ ਆ ਇਕੱਠੇ ਹੋ ਕੇ ਲੈਕਚਰ ਕਰਦੇ ਆ, ਉੱਥੇ ਬੱਚੇ ਇਤਿਹਾਸ ਬਾਰੇ ਦੱਸਦੇ ਆ ਕਿਵੇਂ ਜਿਹੜਾ ਇਸ ਵੇਲੇ ਸੰਤਾਪ ਜਿਹੜਾ ਕੌਮ ਨੇ ਝੱਲਿਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਥਾਂ ਥਾਂ ਤੇ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਸਿੱਖ ਚੁਣ ਕੇ ਮਾਰੇ ਗਏ, ਪਰਿਵਾਰ ਖਤਮ ਕੀਤੇ ਗਏ। ਕੈਨੇਡਾ ਦੇ ਜੰਪਲ ਉਹ ਬੱਚੇ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਇਸ ਲਈ ਦੁਨੀਆ ਨੂੰ ਦੱਸ ਰਿਹਾ। ਇਹ ਪਤਾ ਹੈ ਕਿ ਭਾਰਤੀ ਹੁਕੂਮਤ ਤੋਂ ਕੋਈ ਇਨਸਾਫ ਦੀ ਆਸ ਨਹੀਂ ਤੇ ਰੱਖਣਾ ਵੀ ਗੋਂਗਲੂਆਂ ਤੋਂ ਮਿੱਟੀ ਝਾੜਨਾ ਹੈ, ਪਰ ਦੁਨੀਆ ਨੂੰ ਦੱਸਣਾ ਤਾਂ ਹੈ। ਉਹ ਦੱਸਣ ਦੇ ਵਾਸਤੇ ਇਹ ਨਸਲਕੁਸ਼ੀ ਦੇ ਮਤੇ ਲਿਆਉਂਦੇ ਆ ਤੇ ਨਵੰਬਰ ਦਾ ਮਹੀਨਾ 1984 ਦਾ ਜਿਹੜਾ ਹੈ ਨਸਲਕੁਸ਼ੀ ਦਾ ਮਹੀਨਾ ਘੋਸ਼ਿਤ ਕੀਤਾ ਜਾਏ ਜਾਂ ਉਸ ਦੁਖਾਂਤ ਨੂੰ ਮੰਨਿਆ ਜਾਏ, ਇਸ ਤੇ ਜ਼ੋਰ ਪਾ ਰਹੇ ਆ। ਪਰ ਸਿਤਮ ਜ਼ਰੀਫੀ ਦੇਖੋ ਕਿ ਉਸ ਦੀ ਥਾਂ ਤੇ ਗੱਲ ਉਲਟ ਹੋ ਰਹੀ ਹੈ। ਅਕਤੂਬਰ ਮਹੀਨੇ ਹਿੰਦੂ ਭਾਈਚਾਰੇ ਨੂੰ ਦੀਵਾਲੀ ਤੇ ਉਹਨਾਂ ਤਿਉਹਾਰਾਂ ਦੇ ਕਾਰਨ ਮਤੇ ਵਜੋਂ ਕਈ ਸਾਲ ਪਹਿਲਾਂ ਦੀਪਕ ਰਾਏ ਨਾਂ ਦੇ ਇੱਕ MP ਨੇ ਪਾਰਲੀਮੈਂਟ ਦੇ ਵਿੱਚ ਮਾਨਤਾ ਦਵਾ ਦਿੱਤੀ। ਐਨ 1984 ਦੇ ਨਵੰਬਰ ਦੇ ਦੁਖਾਂਤ ਦੀ ਗੱਲ ਕਰਨ ਲਈ ਮੂੰਹ ਰੋਕਣ ਤੇ ਬੰਨਣ ਦੇ ਵਾਸਤੇ ਚੰਦਰਾ ਆਰੀਆ ਨਾਂ ਦੇ ਇੱਕ ਇਸ ਵੇਲੇ ਲਿਬਰਲ ਪਾਰਟੀ ਦੇ MP ਨੇ ਜਿਹੜਾ ਓਟਵਾ 'ਚ ਬੈਠਾ ਹੈ, ਉਹਨੇ ਨਵੰਬਰ ਦੇ ਵਿੱਚ ਹਿੰਦੂ ਮਹੀਨੇ ਦਾ ਮਤਾ ਲਿਆ ਕੇ ਪਾਸ ਕਰਵਾ ਦਿੱਤਾ ਤਾਂ ਕਿ ਜੋ ਸਿੱਖਾਂ ਦੇ ਜ਼ਖਮਾਂ ਤੇ ਲੂਣ ਹੋਰ ਛਿੜਕਿਆ ਜਾਏ। ਅਕਤੂਬਰ ਦਾ ਹੋਣ ਦੇ ਬਾਵਜੂਦ ਨਵੰਬਰ ਹੀ ਕਿਉਂ ਚੁਣਿਆ ਗਿਆ? ਕਿਉਂਕਿ ਇਹ ਨਸਲਕੁਸ਼ੀ ਦੀ ਗੱਲ ਕਰਦੇ ਨੇ। ਇਹੋ ਜਿਹੀ ਸਾਜ਼ਿਸ਼ ਜਿਹੜੀ ਗੁਰਪ੍ਰੀਤ ਸਿੰਘ ਜੀ ਸ਼ਰੇਆਮ ਹੋ ਰਹੀ ਹੈ, ਜਦੋਂ ਕਿ ਸਿੱਖ ਕਦੇ ਵੀ ਨਹੀਂ ਕਹਿੰਦੇ ਕਿ ਹਿੰਦੂਆਂ ਨੇ ਸਾਨੂੰ ਕਤਲ ਕੀਤਾ। ਸਿੱਖ ਕਹਿ ਰਹੇ ਨੇ ਕਿ ਹਕੂਮਤ ਨੇ ਕਤਲ ਕੀਤਾ, ਪਰ ਹਿੰਦੂ ਕਮਿਊਨਿਟੀ ਦੇ ਇਹੋ ਜਿਹੇ ਚੁਣੇ MP ਸਾਜ਼ਿਸ਼ੀ ਢੰਗ ਦੇ ਨਾਲ ਤੇ ਉਹਨਾਂ ਦੇ ਪਿੱਛੇ ਇੱਕ ਖਾਸ ਕਿਸਮ ਦੀ ਲੌਬੀ ਕੰਮ ਕਰ ਰਹੀ ਹੈ, ਜਿਹੜੀ ਕਿ ਦੋ ਭਾਈਚਾਰਿਆਂ ਦੇ ਅੰਦਰ ਇੱਕ ਨਫ਼ਰਤ ਪੈਦਾ ਕਰਕੇ ਸਰਕਾਰ ਨੂੰ ਬਚਾਉਣਾ ਚਾਹੁੰਦੀ ਹੈ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਮੈਂ ਪਹਿਲਾਂ ਵੀ ਤੁਹਾਡੇ ਸਮਾਜ ਤੋਂ ਗੱਲ ਕੀਤੀ ਹੋਈ ਹੈ, ਇਸ ਬਾਰੇ ਲਿਖਿਆ ਵੀ ਹੈ ਕਿ ਜਦੋਂ ਰਾਜੀਵ ਗਾਂਧੀ ਕਹਿੰਦਾ ਕਿ ਧਰਤੀ ਜਦੋਂ ਦਰਖਤ ਦਿਖਦਾ ਧਰਤੀ ਹਿਲਦੀ ਹੈ ਜੀ, ਦਰਅਸਲ ਉਹ ਇਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਕੁਦਰਤੀ ਤੌਰ ਤੇ ਲੋਕਾਂ ਦਾ ਪ੍ਰਤੀਕਰਮ ਸੀ, ਲੋਕਾਂ ਦੇ ਮਨ 'ਚ ਗੁੱਸਾ ਸੀ। ਯਾਨੀ ਰਾਜੀਵ ਗਾਂਧੀ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਬਹੁ ਗਿਣਤੀ ਨੇ ਘੱਟ ਗਿਣਤੀ ਤੇ ਆਪਣਾ ਗੁੱਸਾ ਕੱਢਿਆ। ਯਾਨੀ ਕਿ ਦੰਗੇ ਵਾਲੀ ਗੱਲ ਉਹ ਕਹਿ ਰਿਹਾ, ਦੋ ਭਾਈਚਾਰਿਆਂ ਵਿੱਚ ਲੜਾਈ ਦੀ ਗੱਲ ਰਾਜੀਵ ਗਾਂਧੀ ਕਹਿ ਰਿਹਾ। ਜਿਹੜੇ ਐਕਟਿਵਿਸਟ ਨੇ ਉਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਕਿ ਜੈਨੋਸਾਈਡ ਜਾਂ ਕਤਲੇਆਮ, ਮਤਲਬ ਉਹ ਤਾਂ ਸਿੱਧੇ ਤੌਰ ਤੇ ਸਟੇਟ ਮਸ਼ੀਨਰੀ ਨੂੰ ਕਸੂਰਵਾਰ ਠਹਿਰਾ ਰਹੇ। ਉਹਨਾਂ ਦੀ ਮਨਸ਼ਾ ਨਹੀਂ ਹੈ, ਮਨਸ਼ਾ ਹੈ ਸਰਕਾਰ ਦੀ। ਔਰ ਇਸ ਕੇਸ 'ਚ ਕੀ ਹੋਇਆ, ਜਿਹੜਾ ਚੰਦਰ ਆਰਿਆ ਤੁਸੀਂ ਗੱਲ ਕੀਤੀ ਕਿ ਕੁਝ ਦਿਨ ਪਹਿਲਾਂ ਹੀ ਮੈਂ ਆਪ ਦੇਖਿਆ ਕਿ ਜਿਵੇਂ ਸਰੀ ਡਾਟਾ ਗੁਰੂ ਘਰ ਵਿੱਚ ਕੁਝ ਨੌਜਵਾਨਾਂ ਨੇ ਇਸ਼ਤਿਹਾਰ ਵੰਡੇ ਔਰ ਲੋਕਾਂ ਨੂੰ ਪ੍ਰੇਰਿਆ ਕਿ ਆਪੋ ਆਪਣੇ ਸਾਂਝਦਾਰ ਨੂੰ ਲਿਖ ਕੇ ਇਸ ਗੱਲ 'ਤੇ ਜ਼ੋਰ ਦਿਓ। ਔਰ ਉਹਨਾਂ ਨੇ ਬੜੀ ਦਿਆਨਤਦਾਰੀ ਵਿਖਾਈ ਆਪਣੇ ਇਸ਼ਤਿਹਾਰਾਂ ਵਿੱਚ। 6 ਫॉर ਜਸਟਿਸ ਦੇ ਇਸ਼ਤਿਹਾਰ ਸੀ ਵਾਲੇ, ਜਿਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਭੰਡਿਆ ਗਿਆ। ਪਾਬੰਦੀ ਵੀ ਲਾਈ ਗਈ ਜਿਹੜੀ ਜਥੇਬੰਦੀ ਤੇ, ਕਿਉਂਕਿ ਰੈਫਰੈਂਡਮ ਦੀ ਗੱਲ ਕਰਦੀ ਹੈ। ਪਰ ਲਿਖ ਹੀ ਰਹੇ ਆ ਉਸ ਇਸ਼ਤਿਹਾਰ ਦੇ ਵਿੱਚ ਕਿ ਆਪਾਂ ਆਪਣੇ ਸਾਂਝਦਾਰ ਨੂੰ ਪਹੁੰਚ ਕਰੋ ਔਰ ਕਹੋ ਕਿ ਨਵੰਬਰ ਦਾ ਮਹੀਨਾ ਸਿੱਖ ਜੈਨੋਸਾਈਡ ਮੰਥ ਘੋਸ਼ਿਤ ਕਰਾਇਆ ਜਾਵੇ ਔਰ ਹਿੰਦੂ ਹੈਰੀਟੇਜ ਮੰਥ ਜਿਹੜਾ ਅਕਤੂਬਰ ਮਹੀਨੇ 'ਚ ਹੋਣਾ ਚਾਹੀਦਾ। ਜੇ ਹਿੰਦੂਆਂ ਨਾਲ ਉਹਨਾਂ ਦੀ ਘਿਰਨਾ ਜਾਂ ਨਫ਼ਰਤ ਹੁੰਦੀ ਤਾਂ ਉਹਨਾਂ ਨੂੰ ਇਹ ਲਿਖਣ ਦੀ ਕੀ ਲੋੜ ਸੀਗੀ? ਇਹੀ ਕਹਿ ਰਹੇ ਨਾ ਕਿ ਅਕਤੂਬਰ ਕਰ ਦਿਓ, ਕਿ ਅਕਤੂਬਰ ਪਹਿਲਾਂ ਸੀਗਾ ਹੀ। ਦੀਪਕ ਓਬਰਾਏ ਵੇਲੇ ਅਕਤੂਬਰ ਦਾ ਮਹੀਨਾ ਘੋਸ਼ਿਤ ਹੋ ਚੁੱਕਾ ਸੀ, ਨਵੰਬਰ ਫਿਰ ਕਰਾਉਣ ਦੀ ਲੋੜ ਕਿਉਂ ਹੋਈ? ਦੇਖੋ, ਚੰਦਰਾ ਆਰਿਆ ਨੇ ਪਿੱਛੇ ਜੇ ਇੱਕ ਇਤਿਹਾਸ ਖੜਾ ਕੀਤਾ, ਕੰਨੜ ਮੂਲ ਦੇ ਨੇ, ਕੰਨੜ ਭਾਸ਼ਾ 'ਚ ਉਹਨਾਂ ਨੇ ਪਾਰਲੀਮੈਂਟ 'ਚ ਆਪਣੀ ਤਕਰੀਰ ਕੀਤੀ। ਅਸੀਂ ਬੜੇ ਖੁਸ਼ ਹੋਏ ਕਿ ਚਲੋ ਕੰਨੜ ਬੋਲੀ ਜਿਹੜੀ ਮਾਂ ਬੋਲੀ ਹੈ ਕੰਨੜ ਦੇ ਲੋਕਾਂ ਦੀ, ਹਿੰਦੁਸਤਾਨ ਦੇ ਲੋਕ ਨੇ, ਸਾਨੂੰ ਇਸ ਗੱਲ 'ਤੇ ਮਾਣ ਹੈ। ਪਰ ਅੱਜ ਚੰਦਰਾ ਆਰਿਆ ਸਿੱਧੇ ਤੌਰ 'ਤੇ ਬਿਲਕੁਲ ਉੱਥੋਂ ਦੀ ਸਥਾਪਨਾ ਦੇ ਹੱਕ 'ਚ ਖੇਡ ਰਹੇ। ਤੁਸੀਂ ਵੇਖੋ ਭਗਵਦ ਗੀਤਾ ਪਾਰਕ 'ਤੇ ਇਹ ਕਿਹਾ ਗਿਆ ਉਸਦੀ ਬੇਹਰਮਤੀ ਹੋਈ ਹੈ, ਬਾਅਦ ਸਾਬਿਤ ਵੀ ਨਹੀਂ ਹੋਇਆ। ਉਸ ਮਸਲੇ ਨੂੰ ਕਿਵੇਂ ਹਵਾ ਦਿੱਤੀ ਗਈ? ਹੁਣ ਉਹ ਇਹ ਜਿਹੜਾ ਨਵੰਬਰ ਦੇ ਮਹੀਨੇ ਵਿੱਚ ਜਾਣਬੁੱਝ ਕੇ ਹਿੰਦੂ ਹੈਰੀਟੇਜ ਮੰਥ ਦੀ ਘੋਸ਼ਣਾ ਕਰਾਉਣੀ, ਇਹ ਉਸ ਕਵਾਇਦ ਦਾ ਹਿੱਸਾ। ਸੋ ਇਸ ਦੇ ਉੱਤੇ ਲੋਕਾਂ ਨੂੰ ਜਾਗਣਾ ਚਾਹੀਦਾ। ਇਹ ਜਿਹੜੀ ਤੁਹਾਨੂੰ ਮੈਂ ਮਿਸਾਲ ਦੇ ਰਿਹਾ ਕਿ 6 ਫॉर ਜਸਟਿਸ ਨੇ ਇਸ਼ਤਿਹਾਰ ਕੱਢਿਆ, ਇਸ 'ਤੇ ਗੌਰ ਕਰੋ। ਤੁਹਾਡੇ ਕੋਲ ਇਹ ਆਪਸ਼ਨ ਹੈ, ਤੁਸੀਂ ਆਪਾਂ ਆਪਣੇ ਸੰਸਥਾ ਜ਼ੋਰ ਪਾਓ ਕਿ ਅਸੀਂ ਹਿੰਦੂ ਹੈਰੀਟੇਜ ਮੰਥ ਦੇ ਖਿਲਾਫ ਨਹੀਂ ਗਏ। ਹਿੰਦੂ ਹੈਰੀਟੇਜ ਮੰਥ ਦੇ ਲਈ ਅਕਤੂਬਰ ਦਾ ਮਹੀਨਾ ਢੁਕਵਾਂ ਸਮਾਂ, ਕਿਉਂਕਿ ਦੁਸ਼ਹਿਰਾ ਵੀ ਉਦੋਂ ਹੁੰਦਾ, ਦੁਰਗਾ ਪੂਜਾ ਵੀ ਉਦੋਂ ਹੁੰਦੀ ਹੈ। ਜਿਵੇਂ ਕਿ ਅਪ੍ਰੈਲ ਦੇ ਮਹੀਨੇ 'ਚ ਵਿਸਾਖੀ ਮਨਾਈ ਜਾਂਦੀ ਹੈ, ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾਂਦਾ, ਇਸੇ ਕਰਕੇ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਐਲਾਨਿਆ ਗਿਆ ਸੀ। ਸੋ ਉਸ ਨੁਕਤੇ ਤੋਂ ਅਕਤੂਬਰ ਦੇ ਮਹੀਨੇ ਦੀ ਜਿਹੜੀ ਚੋਣ ਸੀ ਉਸਦੀ ਕੋਈ ਵਜ੍ਹਾ ਸੀਗੀ। ਸੋ ਬਿਨਾਂ ਵਜ੍ਹਾ ਨਵੰਬਰ ਤੱਕ ਉਸ ਨੂੰ ਲਿਆਉਣਾ, ਇਹ ਮੈਂ ਸਮਝਦਾ ਨਾ ਇਨਸਾਫੀ ਹੈ। ਔਰ ਇਹ ਜਿਹੜਾ ਨਵੰਬਰ ਦਾ ਮਹੀਨਾ ਜਿਹੜਾ ਹੈ, ਦੇਖੋ ਅਫਸੋਸ ਦੀ ਗੱਲ ਕਿੰਨੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ ਕਿ ਇਸ ਨੂੰ ਜੈਨੋਸਾਈਡ ਘੋਸ਼ਿਤ ਕਰਾਓ। ਕਿਸੇ ਨਾ ਕਿਸੇ ਹੱਦ ਤੱਕ ਸਾਡੀਆਂ ਜਥੇਬੰਦੀਆਂ ਵੀ ਕਸੂਰਵਾਰ ਨੇ।
ਮਿਸਾਲ ਤੌਰ ਤੇ ਸਿੱਖ ਨੇਸ਼ਨ ਦਾ ਮੈਂ ਸਤਿਕਾਰ ਕਰਦਾ, ਜਿਨ੍ਹਾਂ ਨੇ ਦੇਖ ਲਓ 1,65,000 ਮਨੁੱਖੀ ਜਾਨਾਂ ਬਚਾ ਲਈਆਂ ਜੀ। 99 ਤੋਂ ਸਫ਼ਰ ਸ਼ੁਰੂ ਕੀਤਾ, ਹਰ ਸਾਲ ਉਹ ਖੂਨਦਾਨ ਕੈਂਪ ਲਾਉਂਦੇ। ਪਰ ਉਹਨਾਂ ਦੀ ਜਿਹੜੇ ਥਾਂ ਥਾਂ ਤੇ ਬੋਰਡ ਤੇ ਲਿਖਿਆ ਹੁੰਦਾ ਕੈਂਪੇਨ ਅਗੇਂਸਟ ਜੀਨੋਸਾਈਡ, ਪਰ ਜਦੋਂ BC ਦੀ ਸਰਕਾਰ ਨੇ ਇਸ ਕੈਂਪੇਨ ਨੂੰ ਮਾਨਤਾ ਦਿੱਤੀ, ਜੀਨੋਸਾਈਡ ਸ਼ਬਦ ਉਹਨਾਂ ਨੇ ਵੀ ਇਸਤੇਮਾਲ ਨਹੀਂ ਕੀਤਾ। ਭਾਵੇਂ ਕਿ NDP ਦੇ 2 ਵਿਧਾਇਕ ਨੇ BC ਦੇ ਵਿੱਚ, ਰਵੀ ਕਾਲੋਂ ਫਿਰ ਰਚਨਾ ਸਿੰਘ, ਉਹਨਾਂ ਨੇ ਬੇਸ਼ੱਕ 84 ਦੇ ਦੁਖਾਂਤ ਬਾਰੇ ਹਾਊਸ 'ਚ ਸਟੇਟਮੈਂਟਾਂ ਦਿੱਤੀਆਂ ਹੋਈਆਂ, ਪਰ ਅਜੇ ਤੱਕ BC ਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ ਪੰਜਾਬੀ MLA ਕਿੰਨੇ ਬੈਠੇ ਨੇ ਜੀ। ਫਿਰ ਤੁਸੀਂ ਸਰਕਾਰ ਦਾ, ਹਿੰਦੁਸਤਾਨ ਸਰਕਾਰ ਦਾ ਦੋਗਲਾਪਣ ਦੇਖੋ। ਪਿੱਛੇ ਜੇ ਕੀ ਹੋਇਆ, ਸਰੀ ਹਿੰਦੂ ਮੰਦਿਰ ਦੇ ਆਗੂ ਸਤੀਸ਼ ਕੁਮਾਰ ਨੇ ਬੜਾ ਹੁੱਭ ਕੇ ਐਲਾਨ ਕੀਤਾ ਕਿ ਅਸੀਂ ਡਗ ਮੁਕੱਲਮ ਦੇ ਨਾਲ ਖੜੇ, ਜਦੋਂ ਮਿਊਨਿਸਪਲ ਚੋਣਾਂ ਹੋ ਰਹੀਆਂ ਸੀਗੀਆਂ, ਜਦੋਂ ਕਿ ਡਗ ਮੁਕੱਲਮ ਨੇ 84 ਦੇ ਦੁਖਾਂਤ ਨੂੰ ਸਿੱਖ ਜੈਨੋਸਾਈਡ ਕਰਾਰ ਦਿੰਦੇ ਹੋਏ ਐਲਾਨਨਾਮਾ ਜਾਰੀ ਕੀਤਾ ਸੀ। ਔਰ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਪ੍ਰੈਸ਼ਰ ਦੇ ਸਦਕਾ ਪੂਰੀ ਦੀ ਪੂਰੀ ਲੌਬੀ, ਭਾਰਤ ਪੱਖੀ ਲੌਬੀ, ਮੋਦੀ ਪੱਖੀ ਲੌਬੀ ਕਹਿ ਲਓ, ਜਿਹੜੀ ਮਰਜ਼ੀ ਕਹਿ ਲਓ, ਇਹਨਾਂ ਲੋਕਾਂ ਨੇ ਕਿਸੇ ਵੇਲੇ ਸੁਖ ਧਾਲੀਵਾਲ ਜਦੋਂ ਜੈਨੋਸਾਈਡ ਲਈ ਪਟੀਸ਼ਨ ਲੈ ਕੇ ਆਏ, ਉਹਨਾਂ ਦਾ ਵੀਜ਼ਾ ਰੁਕਵਾ ਲਿਆ। ਇਹ ਲੋਕ ਕੌਂਸਲ ਖਾਨੇ ਦੇ ਕਾਫੀ ਕਲੋਜ਼ ਨੇ। ਹੁਣ ਸਵਾਲ ਕੌਂਸਲ ਖਾਨੇ 'ਤੇ ਉੱਠਦਾ ਕਿ ਤੁਸੀਂ ਸੁਖ ਧਾਲੀਵਾਲ ਦਾ ਵੀਜ਼ਾ ਰੋਕਿਆ ਸੀਗਾ, ਅੱਜ ਤੁਹਾਡੇ ਚਹੇਤੇ ਡਗ ਮੁਕੱਲਮ ਨੂੰ ਸਰੋਪਾ ਦੇ ਰਹੇ ਨੇ, ਤੁਸੀਂ ਸਵਾਲ ਕਿਉਂ ਨਹੀਂ ਕਰ ਰਹੇ? ਯਾਨੀ ਕੌਂਸਲ ਖਾਨਾ ਵੀ ਦੋਗਲੀ ਚਾਲ ਚੱਲ ਰਿਹਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਆਪਣੇ ਟਵਿੱਟਰ ਹੈਂਡਲ ਤੇ ਜੀਨੋਸਾਈਡ ਸ਼ਬਦ ਇਸਤੇਮਾਲ ਕਰਦੀ ਹੈ, ਜਦੋਂ ਇਲੈਕਸ਼ਨਾਂ ਦਿੱਲੀ 'ਚ ਜਿੱਤਣੀਆਂ ਹੋਣ ਕਿਸੇ ਹੋਰ ਪਾਸੇ, ਉਦੋਂ ਤਾਂ ਠੀਕ ਹੈ, ਵਿਦੇਸ਼ਾਂ 'ਚ ਆਵਾਜ਼ ਉੱਠਦੀ ਤੁਸੀਂ ਲੋਕਾਂ ਦੀ ਸੰਗੀ ਨੱਪਦੇ ਹੋ। ਸੋ ਇਹਨਾਂ ਗੱਲਾਂ ਦੇ ਸਵਾਲਾਂ ਦੇ ਜਵਾਬ ਹੁਣ ਸਾਡੀਆਂ ਜਥੇਬੰਦੀਆਂ ਨੂੰ ਵੀ ਲੱਭਣੇ ਪੈਣਗੇ, ਥੋੜ੍ਹਾ ਉਹਨਾਂ ਨੂੰ ਵੀ ਸੁਹਿਰਦ ਹੋਣਾ ਪੈਣਾ। ਇਹੀ ਸ਼ਾਇਦ ਇਸ ਸੁਹਿਰਦਤਾ ਦੀ ਘਾਟ ਕਹਿ ਲਓ, ਜਾਂ ਫਿਰ ਜਿਹੜੀ ਇਸ ਸਬੰਧ ਦੇ ਵਿੱਚ ਜਿਹੜੀ ਸੁਚੇਤ ਮਨ ਦੇ ਨਾਲ ਕਾਰਵਾਈ ਨਾ ਹੋਣਾ, ਜਿਨ੍ਹਾਂ ਇਹੋ ਜਿਹੀਆਂ ਘਟਨਾਵਾਂ ਨੂੰ ਹੋਰ ਜਿਹੜੀਆਂ ਅੱਗੇ ਤੋਰ ਰਹੀ ਹੈ। ਜਿਸ ਤਰ੍ਹਾਂ ਜੈਨੋਸਾਈਡ ਦੀ ਮਾਨਤਾ ਦੇ ਵਾਸਤੇ ਲਗਾਤਾਰ ਉਪਰਾਲਿਆਂ ਦੇ ਬਾਵਜੂਦ ਇਹ ਸਫਲ ਕਿਉਂ ਨਹੀਂ ਹੋ ਰਹੇ, ਇਹ ਗੱਲ ਸਮਝਣ ਵਾਲੀ ਹੈ। ਹੁਣ ਇਹਨੂੰ ਇੱਕ ਨੁਕਤੇ ਤੋਂ, ਕੈਨੇਡਾ ਦੇ ਨਜ਼ਰੀਏ ਤੋਂ ਅਸੀਂ ਦੇਖੀਏ, ਇੱਕ ਪੂਰਾ ਵਿਸ਼ਵ ਨਜ਼ਰੀਏ ਤੋਂ, ਮੂਲ ਵਾਸੀ ਕੈਨੇਡਾ ਦੇ ਵਸਨੀਕ ਜਿਹੜੇ ਕਿ ਜ਼ੁਲਮ ਦਾ, ਸਿਤਮ ਦਾ ਸਾਹਮਣਾ ਕਰਦੇ ਰਹੇ, ਉਹਨਾਂ ਦੇ ਪ੍ਰਤੀ ਜੈਨੋਸਾਈਡ ਦਾ ਮਤਾ ਲਿਆਂਦਾ ਗਿਆ, ਨਸਲਕੁਸ਼ੀ ਦਾ, ਰੱਦ ਹੋਇਆ ਜਾਂ ਪਾਸ ਨਾ ਹੋਇਆ, ਫਿਰ ਦੁਬਾਰਾ ਲਿਆਂਦਾ ਗਿਆ, ਹੁਣ ਉਹ ਪਾਸ ਹੋ ਗਿਆ, ਚੰਗੀ ਗੱਲ ਹੈ। ਇਸੇ ਤਰੀਕੇ ਨਾਲ ਜੇਕਰ ਅਸੀਂ ਦੇਖੀਏ ਚੀਨ ਦੇ ਵਿੱਚ ਜੋ ਉੱਥੋਂ ਦੇ ਮੁਸਲਿਮ ਭਾਈਚਾਰੇ ਘੱਟ ਗਿਣਤੀ ਹੈ, ਉਹਨਾਂ ਦੇ ਜ਼ੁਲਮ ਹੋਏ, ਉਹਦੇ ਪ੍ਰਤੀ ਕੈਨੇਡਾ ਦੀ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਬਕਾਇਦਾ ਮਤਾ ਪਾਸ ਹੋਇਆ। ਸਿੱਖ ਜਿਨ੍ਹਾਂ ਦੀ ਆਪਣੀ ਪਹੁੰਚ ਵੀ ਹੈ, ਪਾਰਲੀਮੈਂਟ ਤੱਕ ਚੁਣੇ ਨੁਮਾਇੰਦੇ ਵੀ ਨੇ, ਇੱਥੋਂ ਦੀਆਂ ਸੰਸਥਾਵਾਂ ਕਿਸੇ ਵੀ ਸਿਆਸੀ ਪਾਰਟੀ 'ਤੇ ਚੰਗਾ ਅਸਰ ਰਸੂਖ ਰੱਖਦੀਆਂ ਨੇ, ਇੱਥੋਂ ਦੇ ਗੁਰਦੁਆਰੇ ਜਿੱਥੇ 'ਚ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ, ਇਸ ਗੱਲ ਨੂੰ ਸਮਝਦੇ ਨੇ, ਨਗਰ ਕੀਰਤਨ ਜਿੱਥੇ 3-3, 5-5 ਲੱਖ ਸੰਗਤਾਂ ਹੁੰਦੀਆਂ ਨੇ, ਜਦੋਂ ਇਨਸਾਫ ਦੀ, ਜਸਟਿਸ ਦੀ ਜਾਂ ਜੈਨੋਸਾਈਡ ਦੀ ਗੱਲ ਚੱਲਦੀ ਹੈ, ਉਸ ਵੇਲੇ ਇਸ ਗੱਲ ਦੇ ਪ੍ਰਤੀ ਸਾਡੀਆਂ ਜਥੇਬੰਦੀਆਂ ਦੀ ਜਿਹੜੀ ਲਾਮਬੰਦੀ ਕਿਉਂ ਨਹੀਂ ਸਹੀ ਹੁੰਦੀ? ਜਾਂ ਫਿਰ ਕੀ ਕਾਰਨ ਹੈ ਕਿ ਜਿਹੜੇ ਪੋਲੀਟੀਕਲ ਲੋਕ ਸਿਆਸੀ ਮੁਫਾਦ ਲਈ ਤਾਂ ਆਉਂਦੇ ਨੇ, ਪਰ ਬੋਲਣ ਵੇਲੇ ਕੁਝ ਕੀ ਰਹਿ ਜਾਂਦੇ ਨੇ? ਹੁਣ ਦੇਖਣਾ ਇਹ ਹੈ ਕਿ ਇਸ ਵੇਲੇ ਕਿੰਨੇ ਕੁ ਸਿਟੀ ਕੌਂਸਲਰ ਨੇ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਾਸਤੇ ਮਤਾ ਲੈ ਕੇ ਆਉਂਦੇ ਨੇ, ਕਿੰਨੇ ਕੁ MP MLA ਮਿਨਿਸਟਰ ਨੇ ਜਿਹੜੇ ਵਿਧਾਨ ਸਭਾਵਾਂ ਜਾਂ ਫਿਰ ਪਾਰਲੀਮੈਂਟ ਦੇ ਵਿੱਚ ਇਸ ਵਿਸ਼ੇ 'ਤੇ ਇਸ ਹਫ਼ਤੇ 'ਚ ਬੋਲਦੇ ਨੇ। ਬਿਨਾਂ ਸ਼ੱਕ 1,65,000 ਜਾਨਾਂ ਜਿਹੜੀਆਂ ਸਿੱਖ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਖੂਨਦਾਨ ਕੈਂਪਾਂ ਦੇ ਰਾਹੀਂ ਜਿਹੜੀਆਂ ਸਿੱਖ ਨੇਸ਼ਨ ਵੱਲੋਂ ਬਚਾਈਆਂ ਗਈਆਂ, ਅਤੇ ਇਹ ਲਹਿਰ ਲਗਾਤਾਰ ਜਾਰੀ ਹੈ। ਪਰ ਉੱਥੇ ਵੀ ਗੱਲ ਨਸਲਕੁਸ਼ੀ ਸ਼ਬਦ ਦੀ ਲਾਜ਼ਮੀ ਤੌਰ 'ਤੇ ਹੋਣੀ ਚਾਹੀਦੀ ਹੈ। ਹਕੂਮਤ ਜੇਕਰ ਇਸ ਦੇ ਉੱਪਰ ਚਾਹੇ ਮਾਨਤਾ ਦੇਵੇ ਚਾਹ ਨਾ ਦੇਵੇ, ਪਰ ਸਾਡਾ ਫਰਜ਼ ਜ਼ਰੂਰ ਬਣਦਾ ਕਿ ਅਸੀਂ ਉਸ ਗੱਲ ਨੂੰ ਜ਼ਰੂਰ ਉਜਾਗਰ ਕਰੀਏ। ਹੁਣ ਜਦੋਂ ਪੈਰਲਲ, ਜਦੋਂ ਐਨ ਉਸ ਟਾਈਮ 'ਤੇ ਇਹ ਸਾਰਾ ਕੁਛ ਹੋ ਰਿਹਾ, ਜਦੋਂ ਨਸਲਕੁਸ਼ੀ ਦਾ ਦੁਖਾਂਤ ਜਾਂ ਸਿੱਖ ਚਿੰਤਨ ਜਿਹੜਾ ਹੈ ਉਸ ਦੇ ਵਿੱਚੋਂ ਇਹ ਵਿਚਾਰ ਹੁੰਦੇ ਆ, ਦੂਸਰੇ ਪਾਸੇ ਟੋਰਾਂਟੋ ਦੇ ਵਿੱਚ ਜਿਵੇਂ ਘਟਨਾਵਾਂ ਹੋਈਆਂ, ਕਲੈਸ਼ ਖੜਾ ਕਰਨ ਲਈ, ਨਫ਼ਰਤ ਪੈਦਾ ਕਰਨ ਲਈ, ਬਹੁ ਗਿਣਤੀ ਜਿਹੜੀ ਭਾਰਤ ਦੇ ਵਿੱਚ ਹੈ ਉਸ ਦੀ ਇੱਥੇ ਇਸ ਤਰ੍ਹਾਂ ਦੀ ਉਹਨਾਂ ਨੂੰ ਖੌਫਜ਼ਦਾ ਪੇਸ਼ ਕਰਕੇ ਉਲਟਾ ਸਿੱਖਾਂ 'ਤੇ ਹਮਲਾਵਰ ਕਰਕੇ ਪੇਸ਼ ਕਰਨਾ, ਇਹ ਇੱਕ ਜਿਹੜਾ ਸਿਆਸੀ ਤੌਰ 'ਤੇ ਭਾਰਤੀ ਹਾਕਮਾਂ ਦੀ ਜਿਹੜੀ ਲੌਬੀ ਤੋਂ ਪ੍ਰੇਰਿਤ ਹੈ, ਜਾਂ ਮੀਡੀਆ ਦੀ ਜਿਹੜੀ ਇੱਕ ਸਾਜ਼ਿਸ਼ ਤੋਂ ਪ੍ਰੇਰਿਤ ਹੈ, ਜਾਂ ਫਿਰ ਇਹ ਮਨਾਂ ਦੇ ਵਿੱਚ ਨਫ਼ਰਤ ਭਰੀ ਜਾ ਰਹੀ ਹੈ? ਨਹੀਂ, ਵੇਖੋ, ਤਿਰੰਗਾ ਰੈਲੀਆਂ ਦੇ ਪਿੱਛੇ ਤਾਂ ਇੱਕ ਮਨੋਰਥ ਹੈ, ਉਹ ਤਾਂ ਇੱਕ ਪੈਟਰਨ ਹੈ, ਮੰਨੇ ਕੋਈ ਚਾਹੇ ਨਾ ਮੰਨੇ ਜੀ। 2001 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਮੈਂ ਸਫ਼ਰ ਆਪਣਾ ਕੈਨੇਡਾ 'ਚ ਮੇਰਾ ਰਿਹਾ ਹੁਣ ਤੱਕ ਦਾ, ਮੈਂ ਤਾਂ ਪਹਿਲੀ ਵਾਰ ਪਿਛਲੇ ਕੁਝ ਸਾਲਾਂ 'ਚ ਵੇਖਿਆ ਕਿ ਤਿਰੰਗਾ ਰੈਲੀਆਂ ਦਾ ਰਿਵਾਜ ਸ਼ੁਰੂ ਹੋਇਆ। ਈਵਨ ਕਾਂਗਰਸੀ ਦੇ ਰਾਜ ਵੇਲੇ ਵੀ ਇੱਦਾਂ ਦੀ ਰੈਲੀਆਂ ਨਹੀਂ ਸੁਣੀਆਂ ਆਪਾਂ ਕਿ ਕਾਂਗਰਸੀ ਸਮਰਥਕਾਂ ਨੇ ਤਿਰੰਗਾ ਰੈਲੀਆਂ ਕੱਢੀਆਂ ਹੋਣ। ਮੋਦੀ ਦੀ ਸਰਕਾਰ ਵੇਲੇ ਤਿਰੰਗਾ ਰੈਲੀਆਂ ਟ੍ਰੈਂਡ ਚੱਲ ਪਿਆ, ਜਿਹੜੀ ਗੱਲ ਵੈਸੇ ਬੜੀ ਅਜੀਬ ਹੈ। ਭਗਵੇਂ ਝੰਡੇ ਦੇ ਧਾਰਨੀ ਅੱਜ ਤਿਰੰਗੇ ਨਾਲ ਬੜਾ ਮੋਹ ਦਿਖਾ ਰਹੇ ਆਪਣਾ,
ਇਹ ਤਾਂ ਵੈਸੇ ਹੀ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ। ਕਿਸਾਨ ਅੰਦੋਲਨ ਵੇਲੇ ਵੇਖੋ ਤਿਰੰਗੇ ਚੱਕ ਕੇ ਇਹ ਨਾਰੇ ਲਾਏ ਗਏ ਸ਼ਰੇਆਮ ਕੌਂਸਲਖਾਨੇ ਦੇ ਬਾਹਰ ਖੜ ਕੇ, ਤਿਰੰਗੇ का अपमान नहीं सहेगा हिंदुस्तान। तकलीफ किस गल सी कि जी निशान साहब चलाया गया और निशान साहब चलाने वाले तिरंगे ਨੂੰ मतलब छूया तक नहीं गा, फिर भी गल बना ली गई तिरंगे का अपमान। तिरंगे का अपमान तो होया नहीं गा, सगों निशान साहब की जिहड़ी जिन्हों कहते शान शौकत ਵਧਾਈ गई। सो उस गल ਨੂੰ पिस्सू पै गए तो गल ये बना ली। फिर रिवाज चल पिया जो कोविड के टीके मंगे टरूडो ने मोदी तो, उस तो बाद तिरंगा रैलियां कढ़ के अपनी जिन्होंने प्रताप दिखाने की कोशिश की गई, अपनी ताकत का प्रदर्शन करने की कोशिश की गई। ਜਿਹੜੇ किसानों के हक च खड़े सी उन्होंने उकसाउण की कोशिश की गई, फिर उकसाहट इन्हों वालों पैदा की गई मिथ के। सो मैं समझदा उस कड़ी का हिस्सा ही है जो पिछे होया दिवाली के मौके पर ब्रैम्पटन इलाके के मिथ के तिरंगे ले जाके आतिशबाजी शुरू की गई। मैं नहीं कहता कि ਜਿਹੜੇ खालिस्तान पक्षी उत्थे आए सी दुੱਧ ਧੋਤੇ ਸੀਗੇ। ਪਹਿਲੀ ਗੱਲ ਜੇ ਤੁਹਾਡੇ ਘਰ ਦੇ ਕੋਈ ਆ ਹੀ ਚੜੇ ਫਿਰ ਤਾਂ ਤੁਹਾਨੂੰ ਜਵਾਬ ਦੇਣਾ ਬਣਦਾ ਵੀ ਹੈ, ਪਰ ਜੇ ਉਹ ਆਪਣੇ ਤੌਰ ਤੇ ਕਿਸੇ ਪਾਰਕਿੰਗ ਲੋਟ 'ਚ ਖਰੂਦ ਪਾ ਰਹੇ ਆ ਤਾਂ ਇਗਨੋਰ ਦੇਣ, ਆਪਣੀ ਇਕੱਲਾ ਜਨਾਜ਼ਾ ਕੱਢ ਲੈਣ ਦਿਓ। ਪਰ ਮੈਂ ਇਹ ਫਿਰ ਵੀ ਸਮਝਦਾ ਕਿ ਪਿੱਛੇ ਨਾ ਕੁਛ ਕੋਈ ਪੈਟਰਨ ਜ਼ਰੂਰ ਕੰਮ ਕਰ ਰਿਹਾ। ਮਿੱਥ ਕੇ ਉਹਨਾਂ ਨੂੰ ਹਵਾ ਦਿੱਤੀ ਜਾ ਰਹੀ ਕਿ ਤੁਸੀਂ ਤਿਰੰਗਾ ਰੈਲੀਆਂ ਕੱਢੋ, ਲੋਕਾਂ ਨੂੰ ਉਕਸਾਓ, ਲੋਕਾਂ ਨੂੰ ਇੰਨਾ ਉਕਸਾਓ ਕਿ ਤੁਹਾਡੇ 'ਤੇ ਹਮਲਾ ਕਰਨ ਔਰ ਬਦਨਾਮੀ ਵੀ ਉਹ ਖੱਟਣ। ਇਸ ਕਿਸਮ ਦੀ ਪੈਂਤਰੇਬਾਜ਼ੀ ਚੱਲ ਰਹੀ ਜਿਸ ਦੇ ਬਾਰੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ। ਇਹ ਜਿਹੜੇ ਤਿਰੰਗਾ ਰੈਲੀਆਂ ਕੱਢਦੇ ਫਿਰਦੇ ਤਿਰੰਗੇ ਦੇ ਕੁਛ ਨਹੀਂ ਲੱਗਦੇ, ਅੱਜ ਤੱਕ ਕਿੱਥੇ ਨਹੀਂ ਸੀਗੇ, ਅੱਜ ਤੱਕ ਕਿਤੇ ਨਜ਼ਰ ਨਹੀਂ ਆਏ, ਹੁਣ ਇੱਕਦਮ ਪ੍ਰਗਟ ਹੋ ਚੁੱਕੇ ਨੇ ਜਦੋਂ ਕਿ ਮੋਦੀ ਦੀ ਸਰਕਾਰ ਹੈ, ਸੰਘੀਆਂ ਦੀ ਸਰਕਾਰ, ਜਿੰਨਾ ਤਿਰੰਗੇ ਨਾਲ ਕੋਈ ਦੂਰ ਪਰੇ ਵੀ ਵਾਸਤਾ ਹੈ ਨਹੀਂਗਾ। ਸੋ ਤਿਰੰਗਾ ਰੈਲੀਆਂ ਦੀ ਆੜ ਹੇਠਾਂ ਗੁੰਡਾਗਰਦੀ ਹੋ ਰਹੀ ਹੈ ਸ਼ਰੇਆਮ। ਮਤਲਬ ਇੱਕ ਘੱਟ ਗਿਣਤੀ ਜਿਹੜੀ ਬਾਹਰ ਬੈਠੀ ਆਵਾਜ਼ ਬੁਲੰਦ ਕਰ ਰਹੀ ਹੈ, ਉੱਥੋਂ ਦੀ ਘੱਟ ਗਿਣਤੀਆਂ ਵਾਸਤੇ ਉਹਦੀ ਆਵਾਜ਼ ਨੂੰ ਨੱਪਿਆ ਜਾ ਰਿਹਾ, ਉਹਨਾਂ ਦੀ ਸੰਗੀ ਘੁੱਟੀ ਜਾ ਰਹੀ ਹੈ ਔਰ ਮਾਹੌਲ ਖਰਾਬ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਕਿ ਹਰਿਆਣਾ ਸਰਕਾਰ ਨੂੰ ਜਾਗਣ ਦੀ ਲੋੜ ਆ। ਤਿਰੰਗਾ ਰੈਲੀਆਂ ਦੇ ਪਿੱਛੇ ਕੌਣ ਲੋਕ ਨੇ ਜਿਹੜੇ ਆਪਣੇ ਆਪ ਨੂੰ ਤਿਰੰਗਾ ਵਾਰੀਅਰਸ ਕਹਾਉਂਦੇ ਨੇ, ਉਹ ਕੌਣ ਨੇ, ਉਹਨਾਂ ਨੂੰ ਕਿਵੇਂ ਸ਼ਹਿ ਦਿੱਤੀ ਜਾ ਰਹੀ ਹੈ ਭਾਰਤੀ ਤੰਤਰ ਵੱਲੋਂ, ਇਹ ਗੱਲਾਂ ਜਿਹੜੀਆਂ ਨਿਸ਼ਾਨਦੇਹੀ ਮੰਗਦੀਆਂ। ਸੱਚ ਇਹ ਹੈ ਕਿ ਜਿਹੜੀ ਗੱਲ ਅੱਜ ਸਾਡੇ ਸਾਹਮਣੇ ਪੇਸ਼ ਹੋ ਰਹੀ ਹੈ ਉਸ ਤੋਂ ਦੇਖ ਕੇ ਉਹ ਮਹਿਸੂਸ ਹੁੰਦਾ ਹੈ ਕਿ ਜੇਕਰ 84 ਵੇਲੇ ਦੇਸ਼ ਦੀ ਜਿਹੜੀ ਹਾਕਮ ਧਿਰ ਕਾਂਗਰਸ ਸੀ, ਉਸ ਸਰਕਾਰ ਸਟੇਟ ਮਿਸ਼ਨਰੀ ਨੇ, ਪੁਲਿਸ ਪ੍ਰਸ਼ਾਸਨ ਤੇ ਐਮਪੀਜ਼ ਨੇ ਮਿਲ ਕੇ ਜੋ ਜੈਨੋਸਾਈਡ ਕੀਤਾ, ਉਹ ਉਸ ਵੇਲੇ ਦੀ ਉਹਨਾਂ ਸੂਬਿਆਂ 'ਚ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਸੀ ਸ਼ਰੇਆਮ ਹੋਇਆ। ਤੇ ਇਹਦੇ ਬਾਰੇ ਹੂ ਆਰ ਦਾ ਗਿਲਟੀ ਗੌਤਮ ਨਵਲਖਾ ਤੇ ਉਹਨਾਂ ਦੇ ਸਾਥੀ ਸਾਰਿਆਂ ਨੇ ਬੜਾ ਕੁਝ ਲਿਖਿਆ, ਕਿਤਾਬਾਂ 'ਚ ਵੇਰਵੇ ਨੇ, ਪਰ ਅੱਜ ਵੀ ਉਹ ਦਰਦਨਾਉਂਦੇ ਫਿਰਦੇ ਨੇ ਜਿਹੜੇ ਜ਼ਾਲਮ ਹੈ। ਜਗਦੀਸ਼ ਟਾਈਟਲਰ ਵਰਗੇ ਜਾਂ ਇਸ ਤੋਂ ਇਲਾਵਾ ਕਮਲਨਾਥ ਵਰਗੇ, ਜਿਹੜਾ ਉਸ ਵੇਲੇ ਕਹਿੰਦਾ ਕਹਾਉਂਦਾ ਤਾਕਤਵਰ ਬੰਦਾ ਸੀ, ਉਸ ਨੂੰ ਬਾਅਦ ਦੇ ਵਿੱਚ ਮੰਤਰੀ ਵੀ ਬਣਾਇਆ, ਕਦੇ ਮੁੱਖ ਮੰਤਰੀ, ਕਦੇ ਕੁਛ। ਤੇ ਰਾਜੀਵ ਗਾਂਧੀ ਉਸ ਨੂੰ ਭਾਰਤ ਰਤਨ ਦਿੱਤਾ ਗਿਆ। ਜਿਹੜਾ ਜਿਸ ਕਿਸਮ ਦਾ ਮਾਹੌਲ ਦੇਸ਼ ਦੇ ਅੰਦਰ ਲਾਗੂ ਕੀਤਾ ਗਿਆ, ਜਿਸ ਕਿਸਮ ਦੀ ਉਸ ਵੇਲੇ ਸਿੱਖ ਭਾਈਚਾਰੇ ਦੇ ਉੱਪਰ ਇਹ ਕਤਲੇਆਮ ਦੀ ਨੀਤੀ ਵਰਤੀ ਗਈ। ਜੇ ਅੱਜ ਹਕੂਮਤ ਕਹਿੰਦੀ ਹੈ ਕਿ ਸੱਚਮੁੱਚ ਅਸੀਂ ਸਿੱਖਾਂ ਦੇ ਇਸ ਵੇਲੇ ਸ਼ੁਭ ਚਿੰਤਕ ਹਾਂ ਤੇ ਆਓ ਫੈਸਲਾ ਕਰੋ, ਅਜੇ ਕਿਹੜਾ ਉਹ ਜਿਉਂਦੇ ਆ, ਨਹੀਂ ਮਰੇ ਅਜੇ ਹੈ, ਚੱਕ ਕੇ ਜੇਲ੍ਹਾਂ 'ਚ ਸੁੱਟੋ। ਬੇਕਸੂਰ ਗੌਤਮ ਨਵਲਖਾ ਵਰਗਿਆਂ ਨੂੰ ਜੇਲ੍ਹਾਂ 'ਚੋਂ ਬਾਹਰ ਕੱਢੋ, ਜੱਗੀ ਜੌਲ ਵਰਗਿਆਂ ਨੂੰ ਬਾਹਰ ਕੱਢੋ। ਬੇਕਸੂਰ ਜਿਹੜੇ ਹੋਰ ਆ GN ਸਾਈ ਬਾਬਾ ਵਰਗੇ ਜਾਂ ਅਨੰਤ ਤੇਲ ਤੁੰਬੜੇ ਵਰਗੇ ਹੋਰ, ਉਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਦਿਓ ਅੰਦਰ। ਜੇ ਤੁਸੀਂ ਇੰਨੀ ਗੱਲ ਕਰ ਦਿਓ ਤਾਂ ਦਿੱਲੀ ਦੇ ਵਿੱਚ ਇਹ ਫੈਸਲਾ ਕਰੋ ਕਿ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਂ ਬਦਲ ਕੇ ਇੰਦਰਾ ਗਾਂਧੀ ਤੋਂ ਰੱਖੋ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ, ਰਾਜੀਵ ਗਾਂਧੀ ਦਾ ਭਾਰਤ ਰਤਨ ਵਾਪਸ ਕਰਾਓ, ਜਾਂ ਕਰੋ ਉਹ ਸਾਰਾ ਕੁਛ ਜਿਹੜਾ ਕਿ ਅੱਜ ਇਸ ਵੇਲੇ ਇਨਸਾਫ ਦੇ ਲਈ ਗੱਲ ਚੱਲਦੀ ਹੈ। ਪਰ ਨਹੀਂ, ਕਿਉਂਕਿ ਹਾਥੀ ਦੇ ਦੰਦ ਖਾਣ ਲਈ ਹੋਰ, ਵਿਖਾਣ ਲਈ ਹੋਰ, ਇਹ ਕੁਝ ਨਹੀਂ ਹੋ ਰਿਹਾ। ਲੋਕਾਂ ਨੂੰ ਭਰਮਾਉਣ ਵਾਸਤੇ ਟਵਿੱਟਰ ਹੈਂਡਲ 'ਤੇ ਇੱਕ ਦਿਨ ਜੈਨੋਸਾਈਡ ਸ਼ਬਦ ਪਾ ਦਿੱਤਾ, 2-4 ਉਸ ਮੌਕੇ ਦੇ ਮੁਤਾਬਕ ਜਿਹੜੀਆਂ ਫਿਲਮਾਂ ਜਾਂ ਦ੍ਰਿਸ਼ ਜਾਂ ਉਸ ਵੇਲੇ ਕਹਾਣੀਆਂ, ਲੇਖਣੀਆਂ, ਬਿਆਨਬਾਜ਼ੀਆਂ ਹੋ ਗਈਆਂ ਤੇ ਇਹ ਪ੍ਰਭਾਵ ਦੇ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ। ਪਰ ਇੱਕ ਪਾਸੇ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਨਾਨਾ ਜੀ ਦੇਸ਼ਮੁਖ ਨੂੰ ਭਾਰਤ ਰਤਨ ਦਾ ਅਵਾਰਡ ਦਿੰਦੇ ਹੋ, ਜਿਹੜਾ ਕਿ ਇਹ ਕਹਿੰਦਾ ਕਿ ਸਿੱਖਾਂ ਦੀ ਨਸਲਕੁਸ਼ੀ ਇਹਨਾਂ ਦੇ ਕਸੂਰ ਕਾਰਨ ਹੋਈ ਹੈ। ਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਕਿ ਲੋਕ ਮੰਗ ਕਰਦੇ ਨੇ ਕਿ ਇਸ ਨੂੰ ਨਸਲਕੁਸ਼ੀ ਦਿੱਤਾ ਜਾਏ ਕਰਾਰ, ਉੱਥੇ ਤੁਸੀਂ ਆਪਣੇ ਸਰਕਾਰੀ ਤੰਤਰ ਦਾ ਪ੍ਰਭਾਵ ਪਾਉਣੇ ਹੋ, ਆਪਣੇ ਅੰਬੈਸਡਰਾਂ ਰਾਹੀਂ, ਸਫਾਰਤਖਾਨਿਆਂ ਰਾਹੀਂ ਕਿ ਜ਼ੁਬਾਨ ਬੰਦ ਕੀਤੀ ਜਾਵੇ। ਇਹ ਜਿਹੜੀ ਦੋਗਲੀ ਨੀਤੀ ਹੈ, ਇਸ ਦੇ ਬਾਰੇ ਜ਼ਾਹਰ ਹੋਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ। ਮੁੱਕਦੀ ਗੱਲ ਤਾਂ ਇਹ ਹੈ ਕਿ ਜੋ ਕਾਂਗਰਸ ਨੇ ਇੱਕ ਪੈਟਰਨ 1984 ਦੇ ਵਿੱਚ ਪੋਲਰਾਈਜੇਸ਼ਨ ਜਾਂ ਬਹੁ ਗਿਣਤੀਵਾਦ ਦਾ ਅਪਣਾਇਆ ਸੀ ਤੇ ਘੱਟ ਗਿਣਤੀ ਨੂੰ ਕੁੱਟ ਕੇ ਵੋਟਾਂ ਲੈ ਕੇ ਭਾਰਤ ਦੇ ਵਿੱਚ ਸੱਤਾ ਹਾਸਲ ਕੀਤੀ ਸੀ, ਬੀਜੇਪੀ ਨੇ ਉਸ ਨੂੰ ਲਗਾਤਾਰ ਜਾਰੀ ਰੱਖਿਆ, ਵਾਰ-ਵਾਰ ਦੁਹਰਾਇਆ। ਚਾਹੇ ਉਹ ਉਸ ਤੋਂ ਬਾਅਦ ਗੁਜਰਾਤ ਕਤਲੇਆਮ ਹੈ ਜਾਂ ਬਾਬਰੀ ਮਸਜਿਦ ਦੀ ਘਟਨਾਕ੍ਰਮ ਹੈ ਜਾਂ ਹੁਣ ਤੱਕ ਲਗਾਤਾਰ ਜਿਹੜਾ ਹੈ।
ਸੋ ਇਸ ਦੇ ਲਈ ਕਾਂਗਰਸ ਤੇ ਬੀਜੇਪੀ ਜਿਹੜੇ ਆਪੋ ਆਪਣੇ ਪੱਧਰ ਤੇ ਦੋਵੇਂ ਹੀ ਦੋਸ਼ੀ ਨੇ। ਘੱਟ ਗਿਣਤੀਆਂ ਦਾ ਕਿਤੇ ਵੀ ਕਤਲੇਆਮ ਹੁੰਦਾ ਤਾਂ ਉਹ ਨਿੰਦਣਯੋਗ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਲੋਕ ਇਸ ਵੇਲੇ ਵੀ ਅੱਖਾਂ ਤੇ ਪੱਟੀ ਬੰਨੀ ਫਿਰਦੇ ਨੇ, ਇਹਨਾਂ ਦੇ ਵਿੱਚ ਫਰਕ ਪੈਦਾ ਕਰਦੇ ਨੇ। ਨਹੀਂ ਉਹ ਹੋਰ ਸਨ, ਉਹ ਹੋਰ ਸਨ, ਉਹਨਾਂ ਦੀ ਖਾਮੋਸ਼ੀ ਤੇ ਹੈਰਾਨੀ ਵੀ ਹੁੰਦੀ ਹੈ। ਅਸੀਂ ਅਜੇ ਵੀ ਦੇਖਦੇ ਹਾਂ ਕਿ ਲੇਖਕ ਵਰਗ ਦੇ ਵਿੱਚ ਵੀ, ਐਕਟਿਵਿਸਟ ਦੇ ਵਿੱਚ ਵੀ, ਸੋ ਕਾਲਡ ਜਿਹੜੀਆਂ ਉਹ ਧਿਰਾਂ, ਉਹਨਾਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਕਾਂਗਰਸ ਜਿਹੜੀ ਹੈ ਉਹ ਵੱਖਰੀ ਹੈ, ਬੀਜੇਪੀ ਵੱਖਰੀ ਹੈ, ਪਰ ਜਿਹੜੀ ਫਿਰਕੂ ਅੱਗ ਹੈ ਇਹ ਲਾਉਣ ਦੇ ਵਿੱਚ ਕੀ ਕੋਈ ਘੱਟ ਜਾਂ ਵੱਧ ਹੈ? ਮਤਲਬ ਅਸੀਂ ਗੱਲ ਇਸ ਤਰ੍ਹਾਂ ਕਾਂਗਰਸ ਨਾਲ ਪਹਿਲਾਂ ਗੱਲ ਸ਼ੁਰੂ ਕਰ ਲੈਂਦੇ, ਕਿਉਂਕਿ ਕਾਂਗਰਸੀਆਂ ਦੀ ਸਰਕਾਰ ਸੀ, ਕਾਂਗਰਸੀਆਂ ਨੇ ਰੱਜ ਕੇ ਕੀਤਾ ਸਾਰਾ ਕੁਝ, ਮਿੱਥ ਕੇ ਕੀਤਾ। ਸੋ ਪਹਿਲਾਂ ਉਹਨਾਂ ਤੋਂ ਸ਼ੁਰੂ ਕਰੀਏ ਜੀ ਕਿ ਕਾਂਗਰਸ ਨੇ ਹਮੇਸ਼ਾ ਇਹ ਭਰਮ ਪਾਲਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਵਿੱਚ ਕਿ ਅਸੀਂ ਬਹੁਤ ਸੈਕੂਲਰ ਹਾਂ। ਹੁਣ ਉਹ ਕਿੰਨੇ ਕੁ ਸੈਕੂਲਰ ਨੇ ਤੁਸੀਂ ਇਸ ਦੀ ਸੱਜਣ ਤੋਂ ਮਿਸਾਲ ਲਾ ਲਓ। ਜੇ ਤੁਸੀਂ ਵਿਕੀਪੀਡੀਆ ਜਾ ਕੇ ਵੇਖੋ ਸੱਜਣ ਕੁਮਾਰ ਬਾਰੇ, ਤਾਂ ਉਹਦੀ ਵਾਈਫ ਦਾ ਨਾਮ ਮੇਰਾ ਖਿਆਲ ਰਾਮ ਕੌਰ ਜਾਂ ਦਾ ਕੁਛ ਨਾਂ ਹੈ, ਯਾਨੀ ਕਿ ਕੌਰ ਜਿਹੜਾ ਸਿੱਖ ਨਾਂ ਹੁੰਦਾ ਬੀਬੀਆਂ ਦਾ, ਉਸ ਨਾਂ ਦੇ ਨਾਲ ਉਹਦੀ ਬੀਵੀ ਦਾ ਨਾਂ ਦਰਜ ਹੈ ਵਿਕੀਪੀਡੀਆ 'ਤੇ। ਜਗਦੀਸ਼ ਰੈਡਰ ਕਹਿੰਦਾ ਮੈਂ ਆਪ ਸਿੱਖ ਹਾਂ। ਮੈਂ ਕਹਿਣਾ ਇਹ ਚਾਹ ਰਿਹਾ ਕਿ ਜਿਹੜੀ ਪਾਰਟੀ ਇਹ ਭੁਲੇਖਾ ਦਿੰਦੀ ਲੋਕਾਂ ਨੂੰ ਕਿ ਅਸੀਂ ਬਹੁਤ ਸੈਕੂਲਰ ਹਾਂ, ਉਸ ਪਾਰਟੀ ਦੇ ਹੱਥ ਇੱਕ ਘੱਟ ਗਿਣਤੀ ਦੇ ਖੂਨ ਨਾਲ ਰੰਗੇ ਹੋਏ ਆ। ਸੱਜਣ ਉਹਨਾਂ ਵਿੱਚੋਂ ਇੱਕ ਚੋਟੀ ਦਾ MP ਜਿਹੜਾ ਇਸ ਸਮੇਂ ਜੇਲ੍ਹ 'ਚ ਬੈਠਾ, ਕਿੰਨੇ ਸਾਲ, 18 ਸਾਲ ਲੱਗੇ ਉਸ ਨੂੰ ਅੰਦਰ ਜੇਲ੍ਹ 'ਚ ਭੇਜਣ ਲੱਗੇ। ਹੁਣ ਮੈਨੂੰ ਕਿੱਸਾ ਯਾਦ ਆਉਂਦਾ ਸੱਜਣ ਠੱਗ ਦਾ। ਗੁਰੂ ਨਾਨਕ ਸਾਹਿਬ ਜਦੋਂ ਸੱਜਣ ਠੱਗ ਦੇ ਕੋਲ ਗਏ, ਉਹਨੂੰ ਸੁਧਾਰਿਆ, ਸਹੀ ਰਸਤੇ ਪਾਇਆ, ਉਸ ਤੋਂ ਪਹਿਲਾਂ ਸੱਜਣ ਠੱਗ ਕੀ ਕਰਦਾ ਸੀਗਾ? ਇਹ ਮੈਂ ਨਹੀਂ ਕਹਿ ਰਿਹਾ, ਇਤਿਹਾਸ ਦੀ ਕਿਤਾਬਾਂ 'ਚ ਦਰਜ ਹੈ, ਸਾਖੀਆਂ 'ਚ ਦਰਜ ਹੈ, ਔਰ ਸਾਖੀਆਂ ਵੀ ਵੱਖਰੇ ਵੱਖਰੇ ਲੋਕਾਂ ਨੇ ਲਿਖੀਆਂ, ਪਰ ਇੱਕ ਕਾਮਨ ਚੀਜ਼ ਲਿਖੀ ਉਹਦੇ 'ਚ। ਔਰ ਤੁਹਾਨੂੰ ਪੱਕਾ ਪਤਾ ਹੋਊਗਾ ਸੱਜਣ ਠੱਗ ਜਿਹੜੀ ਥਾਂ 'ਤੇ ਲੋਕਾਂ ਨੂੰ ਲਿਆ ਕੇ ਕਤਲ ਕਰਦਾ ਸੀ, ਲੁੱਟਦਾ ਸੀ, ਉੱਥੇ ਭੁਲੇਖਾ ਪਾਉਣ ਲਈ ਉਸਨੇ ਮਸਜਿਦ ਵੀ ਬਣਾਈ ਹੋਈ ਸੀ ਅਤੇ ਮੰਦਰ ਵੀ ਬਣਾਇਆ ਹੋਇਆ ਸੀ। ਮਤਲਬ ਕਹਿੰਦਾ ਜਿਹੋ ਜਿਹਾ ਸੱਜਣ ਠੱਗ ਸੈਕੂਲਰ ਸੀਗਾ, ਉਹ ਜਿਹਾ ਸੱਜਣ ਕੁਮਾਰ ਸੈਕੂਲਰ। ਸੋ ਸੱਜਣ ਠੱਗ ਦੀ ਕਹਾਣੀ ਜਿਹੜੀ ਹੈ ਜੇ ਸਮਝਣੀ ਹੋਵੇ ਤਾਂ ਉਸਨੂੰ ਇਸ ਰੂਪ 'ਚ ਵੇਖੋ ਕਿ ਕਾਂਗਰਸ ਨੇ ਕਿਵੇਂ ਸੱਜਣਤਾ ਦਾ ਅਤੇ ਧਰਮ ਨਿਰਪੱਖਤਾ ਦਾ ਇੱਕ ਲਕਬ ਜਿਹਾ ਪਾਇਆ ਹੋਇਆ। ਸੋ ਇਸ ਕਰਕੇ ਉਹ ਜਵਾਬ ਦੇ ਨੇ ਔਰ ਸਦਾ ਹੀ ਰਹਿਣਗੇ। ਪਰ ਜੇ ਕੋਈ ਇਹ ਸੋਚੇ ਕਿ ਸਿਰਫ ਇਹ ਕਾਂਗਰਸ ਪਾਰਟੀ ਦੇ ਹੀ ਖਾਤੇ ਪੈਂਦਾ, ਇਹ ਬਹੁਤ ਵੱਡਾ ਭੁਲੇਖਾ। ਪਹਿਲੀ ਗੱਲ, ਭਾਰਤੀ ਸਟੇਟ ਕਸੂਰਵਾਰ ਸੀ ਜੀ। ਪੁਲਿਸ ਪ੍ਰਸ਼ਾਸਨ, ਨਿਆਇਕ ਢਾਂਚਾ, ਫਾਇਰ ਬ੍ਰਿਗੇਡ ਵਾਲੇ, ਬੱਸਾਂ ਚਲਾਉਣ ਵਾਲੇ, ਇਹ ਸਾਰੇ ਕਸੂਰਵਾਰ ਸੀਗੇ। ਇਹ ਤਾਂ ਕਿਸੇ ਪਾਰਟੀ ਨਾਲ ਨਹੀਂ ਸੀ ਬੱਝੇ ਹੋਏ, ਨਾ ਕਿਸੇ ਨੇ ਪਾਰਟੀ ਦੀ ਕੋਈ ਸਹੁੰ ਚੁੱਕੀ ਹੋਈ ਸੀ। ਇਹਨਾਂ ਦਾ ਕੰਮ ਸੀ ਕਿ ਬਿਨਾਂ ਕਿਸੇ ਫਰਕ ਦੇ ਹਰ ਇੱਕ ਨੂੰ ਬਰਾਬਰ ਸੇਵਾਵਾਂ ਦੇਣੀਆਂ, ਚਾਹੇ ਪੁਲਿਸ ਹੋਵੇ, ਚਾਹੇ ਪ੍ਰਸ਼ਾਸਨ, ਚਾਹੇ ਸਿਹਤ ਪ੍ਰਬੰਧਕ ਅਤੇ ਚਾਹੇ ਫਾਇਰ ਟਰੱਕਾਂ ਵਾਲੇ। ਸਭ ਨੇ ਉਸ ਵੇਲੇ ਸਰਕਾਰ ਦਾ ਸਾਥ ਦਿੱਤਾ ਜਿਹੜੀ ਕਿ ਕਤਲੇਆਮ ਕਰ ਰਹੀ ਸੀ। ਸੋ ਸਟੇਟ ਕਿੱਥੇ ਗਿਆ? ਹਵਾ 'ਚ ਉੱਡ ਗਿਆ। ਫਿਰ ਆ ਜਾਂਦੇ ਕਿਹਨਾਂ ਨੂੰ ਖੁਸ਼ ਕਰਨ ਦੀ ਖਾਤਰ ਕੀਤਾ ਗਿਆ, ਜਿਨ੍ਹਾਂ ਨੇ ਬਾਅਦ ਰਾਜੀਵ ਗਾਂਧੀ ਨੂੰ ਬਹੁਤ ਗਿਣਤੀ ਰਾਜ ਬਖਸ਼ਿਆ। ਭਾਜਪਾ ਦੇ ਸਿਰਫ 2 ਹੀ MP ਚੁਣੇ ਗਏ, ਬਾਕੀ ਭਾਜਪਾ ਦੀ ਵੋਟ ਗਈ ਕਿੱਥੇ ਹੈ? ਜੇ ਭਾਜਪਾ ਨੂੰ ਇੰਨਾ ਦੁੱਖ ਸੀ ਸਿੱਖਾਂ ਦਾ, ਤੇ ਵੋਟਾਂ ਤੇ ਫਿਰ ਭਾਜਪਾ ਨੂੰ ਪਾਉਂਦੇ ਨਾ, ਭਾਈਆਂ ਤੁਸੀਂ ਕਾਂਗਰਸ ਨੂੰ। ਸੋ ਬਹੁ ਗਿਣਤੀਵਾਦੀ ਇੰਡੀਅਨ ਸਟੇਟ ਦੋਨੇ ਧਿਰਾਂ ਕਸੂਰਵਾਰ ਨੇ। ਕਾਂਗਰਸ ਤੇ BJP ਸਿਰਫ ਸੰਦ ਨੇ, ਪੋਲੀਟੀਕਲ ਸੰਦ। ਬਾਅਦ 'ਚ ਉਸ BJP ਨੇ ਕਾਂਗਰਸ ਨੂੰ ਫਾਇਦਾ ਪਹੁੰਚਾਇਆ। ਅਗਾਂਹ ਜਾ ਕੇ BJP ਨੇ ਉਸ ਸ਼ੈਲੀ 'ਤੇ ਚੱਲਦੇ ਹੋਏ 2002 'ਚ ਮੁਸਲਮਾਨਾਂ ਦੇ ਖਿਲਾਫ ਇਹੀ ਸਾਰੀ ਖੇਡ ਵਰਤਾਈ ਹੈ, ਔਰ ਫਿਰ ਕਿੰਨੀ ਵਾਰੀ ਉਸ ਇਤਿਹਾਸ ਨੂੰ ਦੁਹਰਾਇਆ। ਕਸ਼ਮੀਰੀਆਂ ਦੇ ਖਿਲਾਫ ਨਾਨਾਜੀ ਦੇਸ਼ਮੁਖ ਤੇ ਮੂੰਹ ਪਾੜ ਕੇ ਜਸਟੀਫਾਈ ਵੀ ਕਰ ਚੁੱਕਿਆ, ਜਿਸ ਦੇ ਬਾਰੇ ਤੁਸੀਂ ਗੱਲ ਕੀਤੀ ਹੈ ਹੁਣ। ਫਿਰ ਬਾਅਦ ਤੁਸੀਂ ਵੇਖੋ ਕਿ ਉਸ ਪ੍ਰੋਸੈਸ ਨੂੰ ਦੁਹਰਾਇਆ ਗਿਆ, ਔਰ ਹੁਣ ਵੀ ਕਿਸਾਨ ਅੰਦੋਲਨ ਵੇਲੇ ਧਮਕੀਆਂ ਦਿੱਤੀਆਂ ਗਈਆਂ ਸੋਸ਼ਲ ਮੀਡੀਆ 'ਤੇ, ਖਾਸ ਤੌਰ ਸਿੱਖ ਭਾਈਚਾਰੇ ਨੂੰ, ਕਿ ਤੁਸੀਂ 84 ਭੁੱਲ ਗਏ ਹੋ, ਤੁਹਾਨੂੰ 84 ਯਾਦ ਕਰਾਵਾਂਗੇ। ਇਹ BJP ਦੇ ਸਮਰਥਕ ਕਹਿ ਰਹੇ ਆ, ਫਿਰ ਵੀ ਅਸੀਂ ਭੁਲੇਖੇ 'ਚ ਬੈਠੇ ਹਾਂ। ਮੋਦੀ ਸਰਕਾਰ ਵੇਲੇ ਗੌਤਮ ਨਵਲਖੇ ਦੀ ਜੇਲ੍ਹ ਯਾਤਰਾ ਸ਼ੁਰੂ ਹੋਈ ਹੈ, ਜਿਹਨੇ ਸਭ ਤੋਂ ਪਹਿਲਾਂ ਕਿਤਾਬ 'ਚ ਲਿਖਿਆ ਹੂ ਆਰ ਦਾ ਗਿਲਟੀ। ਸੋ 84 ਦੇ ਲਈ ਤੁਸੀਂ ਸਿਰਫ ਕਾਂਗਰਸ ਨੂੰ ਕਸੂਰਵਾਰ ਨਾ ਠਹਿਰਾਓ, ਇਹ ਜਿਹੜੀਆਂ ਬਾਕੀ ਦੀ ਤਰ੍ਹਾਂ ਨੇ ਇਹ ਵੀ ਬਰਾਬਰ ਦੀ ਕਸੂਰਵਾਰ ਨੇ। ਇੰਡੀਅਨ ਸਟੇਟ ਸਮੁੱਚੇ ਤੌਰ 'ਤੇ ਕਸੂਰਵਾਰ ਹੈ। ਬਹੁ ਗਿਣਤੀਵਾਦੀ ਸਿਆਸਤਦਾਨ ਸਮੁੱਚੇ ਤੌਰ 'ਤੇ ਕਸੂਰਵਾਰ ਨੇ। ਸ਼ਰਮ ਦੀ ਗੱਲ ਹੈ ਕਿ ਕਾਂਗਰਸ ਜਿਹਨੇ ਸੈਕੂਲਰਿਜ਼ਮ ਦਾ ਭੁਲੇਖਾ ਲੋਕਾਂ 'ਚ ਫੈਲਾਇਆ ਹੋਇਆ ਆਪਣੇ ਬਾਰੇ, ਉਹ ਤਾਂ ਸਰਕਾਰ 'ਚ ਸੀ, ਉਹਦੇ ਨਾਲ ਕੀਤਾ ਹੀ ਕੀਤਾ। ਜਿਨ੍ਹਾਂ ਨੇ ਰੱਜ ਕੇ ਨਾਲ ਕੀਤਾ ਜਾਂ ਫਾਇਦਾ ਪਹੁੰਚਾਇਆ ਕਾਂਗਰਸ ਨੂੰ, ਉਹ ਸਿੱਧੇ ਤੌਰ 'ਤੇ ਹਿੰਦੂਤਵਵਾਦੀ ਨੇ। ਅੱਜ ਉਹ ਸਾਰੇ ਦਾ ਸਾਰਾ ਵਰਤਾਰਾ ਉਹਨਾਂ ਦੇ ਰਾਜ 'ਚ ਦੁਹਰਾਇਆ ਜਾ ਰਿਹਾ, ਹੋਰਨਾਂ ਘੱਟ ਗਿਣਤੀਆਂ ਦੇ ਖਿਲਾਫ ਵੀ। ਸੋ ਲੋਕ ਜਾਗਣਗੇ ਤੇ ਕਦੋਂ ਜਾਗਣਗੇ, ਮੇਰੀ ਸਮਝ ਤੋਂ ਬਾਹਰ ਹੈ। ਤੁਸੀਂ ਹਿੰਦੂਤਵਵਾਦੀ ਪਹੁੰਚ ਦੀ ਗੱਲ ਕੀਤੀ ਹੈ। ਮੈਂ ਤਾਂ ਹੈਰਾਨ ਸੀ ਕਿ ਕਾਂਗਰਸ ਤੇ ਕਾਂਗਰਸ ਤੋਂ ਬਾਅਦ BJP ਜਿਹੜੀ ਸਿਖਰ ਦੀ ਫਿਰਕੂ ਹਾਲਾਤ ਦੇ ਲਈ ਇਸ ਵੇਲੇ ਦੋਸ਼ੀ ਹੈ। ਅੱਗੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਨਵੀਂ ਪੰਜਾਬ ਦੀ ਪਾਰਟੀ, ਆਪ ਵਾਲੇ
ਜਦੋਂ ਪ੍ਰਚਾਰ ਕਰ ਰਹੇ ਆ ਗੁਜਰਾਤ ਦੇ ਵਿੱਚ, ਉਹ ਉਹੇ ਜਿਹੇ ਹਿੰਦੂਤਵੀ ਲੌਬੀ ਨੂੰ ਖੁਸ਼ ਕਰਨ ਲਈ ਕਹਿੰਦੇ ਨੋਟਾਂ ਦੇ ਉੱਪਰ ਅਸੀਂ ਗਣੇਸ਼ ਤੇ ਜਾ ਕੇ ਦੇਵੀ ਦੀਆਂ ਲਕਸ਼ਮੀ ਦੀਆਂ ਫੋਟੋਆਂ ਲਾ ਕੇ ਰਾਜਨੀਤੀ ਇਸ ਕਿਸਮ ਦੀ ਕਿ ਅਸੀਂ ਉਹਨੂੰ ਪ੍ਰਮੋਟ ਕਰਾਂਗੇ। ਇਹ ਕਿਸ ਕਿਸਮ ਦੀ ਸਾਰੇ ਦੇ ਸਾਰੇ ਹਮਾਮ 'ਚ ਨੰਗੇ ਨੇ। ਇਹ 'ਚ ਕੋਈ ਸ਼ੱਕ ਹੀ ਨਹੀਂਗਾ। ਦੇਖੋ ਆਮ ਆਦਮੀ ਪਾਰਟੀ ਸਰਕਾਰ ਦਿੱਲੀ 'ਚ ਫੇਲ ਹੋਈ ਆ। ਇੱਕ ਟਾਈਮ ਤੇ ਠੀਕ ਹੈ, ਜਰਨੈਲ ਸਿੰਘ ਹੁਣੀ ਮਤਾ ਲਿਆਏ, ਜਿਹਨੂੰ ਸਾਡੇ ਕਰਾਰ ਦਿੱਤਾ ਗਿਆ, ਬੜੀ ਖੁਸ਼ੀ ਦੀ ਗੱਲ। ਪਰ ਜਦੋਂ ਰਾਜੀਵ ਗਾਂਧੀ ਤੋਂ ਭਾਰਤ ਨੂੰ ਵਾਪਸ ਲੈਣ ਦੀ ਗੱਲ ਚੱਲੀ ਹੈ ਤਾਂ ਆਮ ਆਦਮੀ ਪਾਰਟੀ 'ਚ ਪਟਾਕਾ ਪੈ ਗਿਆ ਸੀਗਾ। ਪਾਰਟੀ ਦੀ ਹੀ ਕਿ ਬੀਬੀ ਨੇ ਰਾਜ ਕੀਤਾ, ਜਿਹੜੀ ਰਾਜੀਵ ਗਾਂਧੀ ਤੋਂ ਬੜੀ ਪ੍ਰਭਾਵਿਤ ਹੈ। ਜੇ ਰਾਜੀਵ ਗਾਂਧੀ ਤੋਂ ਪ੍ਰਭਾਵਿਤ ਹੋ ਆਮ ਆਦਮੀ ਪਾਰਟੀ 'ਚ ਬੈਠੇ ਹੋ ਤਾਂ ਫਿਰ ਸੈਕੂਲਰ ਨਾ ਕਹਾਓ ਆਪਣੇ ਆਪ ਨੂੰ। ਹੁਣ ਤਾਂ ਤੁਸੀਂ ਵੈਸੇ ਹੀ ਨੰਗੇ ਹੋ ਗਏ ਹੋ, ਜਦੋਂ ਆਦ ਮੰਗੀ ਇਹੋ ਜਿਹੀ ਕਰਦੀ ਕਸੂਤੀ ਜੀ ਕਿ ਨੋਟਾਂ 'ਤੇ ਲక్ష్ਮੀ ਦੇਵੀ ਤੇ ਗਣੇਸ਼ ਭਗਵਾਨ ਦੀਆਂ ਤਸਵੀਰਾਂ ਛਾਪੀਆਂ ਜਾਣ। ਇਹ ਤਾਂ ਹੁਣ ਸਿੱਧੇ ਤੌਰ 'ਤੇ ਬੀਜੇਪੀ ਨੂੰ ਕਾਰਡ ਲਾਉਣ ਦੇ ਖਾਤਰ ਇਹੋ ਜਿਹੀ ਸਿਆਸਤ ਖੇਡ ਰਹੇ, ਜਿਸ ਦਾ ਅਖੀਰ ਦੇ ਵਿੱਚ ਉੱਥੋਂ ਦੇ ਮਾਹੌਲ 'ਤੇ ਬਹੁਤ ਭੈੜਾ ਅਸਰ ਪਊਗਾ। ਸੋ ਸੈਕੂਲਰਿਜ਼ਮ ਦਾ ਹੁਣ ਦਿਖਾਵੇ ਦਾ ਰਹਿ ਗਿਆ। ਕਾਂਗਰਸ ਨੇ ਤਾਂ ਦਿਖਾਵਾ ਹਮੇਸ਼ਾ ਹੀ ਕੀਤਾ ਸੀਗਾ, ਨਹੀਂ ਤਾਂ 84 ਕਿਉਂ ਹੁੰਦਾ? ਗੱਲ ਸੋਚਣ ਵਾਲੀ ਹੈ। ਬੀਜੇਪੀ ਨੂੰ ਦਿਖਾਵਾ ਕਰਨ ਦੀ ਲੋੜ ਨਹੀਂ, ਉਹ ਤਾਂ ਨੰਗੇ ਚਿੱਟੇ ਰੂਪ 'ਚ ਹਿੰਦੂਤਵਾ ਦੀ ਗੱਲ ਕਰਦੀ ਹੈ। ਹੁਣ ਆਮ ਆਦਮੀ ਪਾਰਟੀ ਕੰਪੀਟੀਸ਼ਨ 'ਚ ਪੈ ਗਈ ਉਹਨਾਂ ਦੇ ਨਾਲ। ਸੋ ਇਹ ਕੁੱਲ ਮਿਲਾ ਕੇ ਹਾਲਾਤ ਬਹੁਤੇ ਚੰਗੀ ਦਿਸ਼ਾ ਵੱਲ ਨਹੀਂ ਜਾ ਰਹੇ। ਇਹ ਬਹੁਤ ਵੱਡਾ ਦੁਖਾਂਤ ਹੈ। ਮੈਂ ਸਮਝਦਾ ਕਿ 84 ਅੱਜ ਵੀ ਦੁਹਰਾਈ ਜਾ ਰਹੀ ਹੈ। ਬਿਲਕਿਸ ਬਾਨੋ ਨਾਲ ਦੇਖੋ 2002 ਦੇ ਕਤਲੇਆਮ ਦੌਰਾਨ ਬਲਾਤਕਾਰ ਹੁੰਦਾ, ਅੱਜ ਇੰਨੇ ਸਾਲਾਂ ਬਾਅਦ ਬਲਾਤਕਾਰ ਕੇ ਛੱਡ ਦਿੱਤੇ ਗਏ। ਯਾਨੀ ਕਿ ਉਸ ਔਰਤ ਨਾਲ 2 ਵਾਰ ਬਲਾਤਕਾਰ ਹੋਇਆ, ਇੱਕ ਵਾਰੀ ਤਾਂ ਸਰੀਰਕ ਤੌਰ 'ਤੇ, ਦੂਜੀ ਵਾਰੀ ਮਾਨਸਿਕ ਤੌਰ 'ਤੇ। ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਹ ਦਇਆ ਗੌਤਮ ਨਵਲਖੇ ਨੇ ਨਹੀਂ ਦਿਖਾ ਰਹੀ ਬੀਜੇਪੀ ਸਰਕਾਰ, ਜਿਸ ਨੇ ਸਿੱਖਾਂ ਦੇ ਹੱਕ 'ਚ ਹੱਥ ਨਾਰਾ ਮਾਰ ਕੇ ਕਿਤਾਬ ਲਿਖੀ ਸੀ। ਇਹ ਜਿਹੜੀ ਦਿਆਲਤਾ ਵਿਖਾਈ ਜਾ ਰਹੀ ਉਹਨਾਂ ਦੇ ਲਈ ਜਿਨ੍ਹਾਂ ਨੇ ਮੁਸਲਮਾਨ ਔਰਤ ਨਾਲ ਉਸਨੂੰ ਜਬਰ ਜਨਾਹ ਕੀਤੀ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਧਿਆਨ ਮੰਗਦੀਆਂ। ਸੋ ਕੋਈ 84 ਇਤਿਹਾਸ 'ਚ ਸਿਰਫ ਇੱਕ ਨੱਪਿਆ ਹੋਇਆ ਕੋਈ ਇੱਕ ਜਿਹਨੂੰ ਕਹਿੰਦੇ ਪਿੰਜਰ ਨਹੀਂਗਾ। ਇਸ ਤੋਂ ਅਗਾਂਹ ਵੇਖੋ ਕਿਵੇਂ ਉਸ ਨੂੰ ਵੱਖਰੇ ਵੱਖਰੇ ਸਮਿਆਂ 'ਚ ਦੁਹਰਾਇਆ ਗਿਆ, ਔਰ ਅੱਜ ਦੇ ਸਮੇਂ 'ਚ ਤੁਸੀਂ ਸਾਰਥਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਗੱਲ ਬੜੀ ਗਿਆਨ ਤੇ ਸਮਝ ਵਾਲੀ ਹੈ ਕਿ ਖਾਸ ਕਰਕੇ ਜਿਹੜੇ ਇਹੋ ਜਿਹੇ ਦੁਖਾਂਤ ਨੇ, ਉਹਨਾਂ ਦੁਖਾਂਤਾਂ ਦਾ ਜਿਹੜਾ ਪੈਟਰਨ ਹੈ ਜਾਂ ਬਿਰਤਾਂਤ ਹੈ, ਜਿਹੜਾ ਨੈਰੇਟਿਵ ਹੈ, ਹਕੂਮਤਾਂ ਕਿਸ ਤਰ੍ਹਾਂ ਘੜਦੀਆਂ ਨੇ ਤੇ ਕਿਸ ਤਰੀਕੇ ਨਾਲ ਉੱਥੇ ਜਿਹੜੀ ਪੀੜਤ ਧਿਰ ਹੈ ਉਸ ਨੂੰ ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ। ਇਹ ਇਸ ਨੂੰ ਦੁਹਰਾਉਂਦਿਆਂ ਹੋਇਆਂ ਜੋ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਦੇਖੀਏ। ਇਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਪ ਜਾਂ ਆਪਣੀ ਅਗਲੀ ਜਨਰੇਸ਼ਨ ਨੂੰ ਦੱਸੀਏ ਕਿ ਇਹ 84 ਦੇ ਵਿੱਚ ਹੋਇਆ ਕੀ ਸੀ, ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਕਤਲੇਆਮ ਹੋਇਆ ਸੀ, ਕੀ ਕੁਝ ਵਾਪਰਿਆ ਸੀ। ਤੇ ਜਿਹੜੇ ਅੱਜ ਵੀ ਜਦੋਂ ਸਿੱਖ ਇਨਸਾਫ ਦੀ ਗੱਲ ਕਰਦੇ ਨੇ ਜਾਂ ਕਦੇ ਵੀ ਕੋਈ ਜ਼ੁਲਮ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ 84 ਭੁੱਲ ਗਈ, ਯਾਦ ਕਰਾਈਏ। ਤੇ ਇਹ ਗੱਲ ਸੱਚ ਹੈ ਕਿ ਇੱਕ ਭਾਰਤੀ ਫੀਲਡਿੰਗ ਕਰਦਾ ਹੋਇਆ ਇੱਕ ਕ੍ਰਿਕਟਰ ਜਦੋਂ ਖੇਡਦਾ ਉਸ ਤੋਂ ਕੈਚ ਛੁੱਟ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਕਿ ਇਹ ਇਸ ਤਰ੍ਹਾਂ ਦੇ ਹੈ ਜਿਹੜੇ ਕਿ ਇਹੋ ਜਿਹੇ ਹਕੂਮਤ ਭਾਰਤੀ ਸਟੇਟ ਜਿਹੜੀ ਉਹਨੂੰ ਇਹ ਖਿਤਾਬ ਦਿੰਦੀ ਹੈ ਕਿ ਇੱਕ ਤਰ੍ਹਾਂ ਦੇ ਜਿਹੜੇ ਸਿੱਖ ਇਹ ਖਾਲਿਸਤਾਨੀ ਨੇ, ਇਹ ਵਿਰੋਧੀ ਨੇ, ਦੇਸ਼ ਵਿਰੋਧੀ ਨੇ, ਨਫ਼ਰਤ ਵਾਲੇ ਨੇ। ਤੇ ਜਦੋਂ ਉਹਨਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹਦਾ ਵਿਰੋਧ। ਕਿਸਾਨ ਸੰਘਰਸ਼ ਦੇ ਵਿੱਚ ਵੀ ਜਦੋਂ ਇਹ ਆਵਾਜ਼ ਉਠਾਉਂਦੇ ਨੇ ਤਾਂ ਇਹ ਕਿਹਾ ਜਾਂਦਾ ਕਿ 84 ਯਾਦ ਕਰਾਈਏ। ਮੋਦੀ ਦਾ ਜੇਕਰ ਕਿਸੇ ਤਰ੍ਹਾਂ ਲਾਮ ਲਸ਼ਕਰ ਪੰਜਾਬ ਤੋਂ ਵਾਪਸ ਮੁੜਦਾ ਤਾਂ ਫਿਰ ਟਵਿੱਟਰ ਸੋਸ਼ਲ ਮੀਡੀਆ ਭਰਿਆ ਹੁੰਦਾ 84 ਯਾਦ ਕਰਾ ਦਈਏ। ਇਹ ਉਹ ਕਹਿ ਰਹੇ ਨੇ ਜਿਹੜੇ ਮੌਜੂਦਾ ਸੱਤਾਧਾਰੀ ਪਾਰਟੀ ਦੇ ਨਾਲ ਜੁੜੇ ਹੋਏ ਨੇ, ਕੋਈ ਹੋਰ ਨਹੀਂ। ਤੇ ਇਹਨਾਂ ਦੇ ਵਿੱਚੋਂ ਚੁਣੇ ਹੋਏ ਕਈ ਨੁਮਾਇੰਦਾ ਲੋਕ ਵੀ ਨੇ ਜਿਨ੍ਹਾਂ ਨੇ ਕਿ ਜੋ ਭਾਰਤ ਦੇ ਵਿੱਚ ਯੂਪੀ ਦੇ ਵਿੱਚ ਬਕਾਇਦਾ 6-7 ਜਿਹੜੇ ਸਿੱਖ ਕਿਸਾਨ ਸੀ ਉਹਨਾਂ ਦੇ ਉੱਪਰ ਗੱਡੀਆਂ ਚਾੜ ਕੇ ਉਹਨਾਂ ਦਾ ਕਤਲ ਕੀਤਾ। ਇਹ ਹੁਣ ਦੀਆਂ ਗੱਲਾਂ ਨਹੀਂ, ਉਦੋਂ ਦੇ ਇਨਸਾਫ ਦੀ ਗੱਲ ਤਾਂ ਦੂਰ ਦੀ ਹੈ, ਅੱਜ ਜੋ ਹੋ ਰਿਹਾ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਤੋਂ ਕੁਝ ਨਹੀਂ ਲੁਕਿਆ ਹੋਇਆ। ਜੇਕਰ ਕਿਤੇ ਜਰਨੈਲ ਸਿੰਘ ਵਰਗੇ ਉੱਠਦੇ ਨੇ, ਲਿਖਦੇ ਨੇ, ਜਿਹੜੇ ਅੱਜ ਸਾਡੇ ਵਿਚਕਾਰ ਨਹੀਂ ਰਹੇ ਤੇ ਕੋਵਿਡ ਦੇ ਰਾਹੀਂ ਇਹ ਸਰਕਾਰੀ ਤਸ਼ੱਦਦ ਦੀ ਭੇਟ ਚੜ੍ਹ ਗਏ। ਉਹ ਜਰਨੈਲ ਸਿੰਘ ਜਦੋਂ ਲਿਖਦਾ ਹੈ ਕਿ ਕਤਲੇਆਮ ਦੇ ਬਾਰੇ ਆਪਣੀ ਇੰਗਲਿਸ਼ ਤੇ ਪੰਜਾਬੀ ਦੀ ਕਿਤਾਬ ਦੇ ਵਿੱਚ ਦੁੱਖ ਬਿਆਨ ਕਰਦੇ ਨੇ ਤਾਂ ਉਹ ਵੀ ਚੁੱਭਦੇ ਨੇ। ਜੇ ਉਹ ਵਿਧਾਨ ਸਭਾ ਦਿੱਲੀ ਦੇ ਵਿੱਚ ਨਸਲਕੁਸ਼ੀ ਦਾ ਮਤਾ ਲਿਆਉਂਦੇ ਨੇ ਤਾਂ ਵੀ ਉਹ ਚੁੱਭਦੇ ਨੇ, ਉਹਨਾਂ ਦੇ ਖਿਲਾਫ ਲਾਮਬੰਦੀ ਕੀਤੀ ਜਾਂਦੀ ਹੈ। ਉਹਨਾਂ ਦੀ ਪਾਰਟੀ ਵਾਲੇ ਹੀ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੰਦੇ ਨੇ। ਇੱਕ ਮਤਲਬ ਜੇ ਮੁੱਦੇ ਨੂੰ ਲੈ ਕੇ ਉਹਨਾਂ ਨੂੰ ਇੱਕ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਹੈ। ਆਖਿਰਕਾਰ ਉਹ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹੇ ਜਿਹੇ ਲੇਖਕ, ਉਹੇ ਜਿਹੇ ਐਕਟਿਵਿਸਟ ਅੱਜ ਵੀ ਉਹਨਾਂ ਦੀ ਜ਼ਰੂਰਤ ਹੈ। ਦੂਜੇ ਪਾਸੇ ਉਹ ਲਿਖਾਰੀ ਜਿਨ੍ਹਾਂ ਨੇ 84 ਦੇ ਦੁਖਾਂਤ ਤੋਂ ਮੂੰਹ ਮੋੜਿਆ, ਅੱਜ ਵੀ ਆਪਣੀਆਂ ਇਸ਼ਕ ਮੁਸ਼ਕ ਦੀਆਂ ਕਵਿਤਾਵਾਂ ਲਿਖ ਰਹੇ ਨੇ, ਕਹਾਣੀਆਂ ਲਿਖ ਰਹੇ ਨੇ, ਪਰ ਬੋਲਦੇ ਨਹੀਂ। ਜਾਂ ਇਸ ਇਤਿਹਾਸ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਾਂ ਸਰਕਾਰੀ ਬੋਲੀ ਬੋਲੇ, ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਾ ਪ੍ਰੀਤਮ ਵਿਸ਼ੇਸ਼ ਤੌਰ 'ਤੇ ਕਈ ਹੋਰ ਵੀ ਸਨ। ਅੱਜ ਵੀ ਉਹ ਸਾਡੇ ਹਰਮਨ ਪਿਆਰੇ ਨੇ,
ਪਰ ਜੇਕਰ ਉਸ ਵੇਲੇ ਧੱਕਾ ਹੋਇਆ ਤਾਂ ਕਿਸੇ ਨੇ ਦੇਖਿਆ ਕਿ ਇਹ ਸਿੱਖ ਕਾਂਗਰਸੀ ਸੀ ਜਾਂ ਭਾਜਪਾਈ ਸੀ ਜਾਂ ਖੱਬੇ ਪੱਖੀ ਸੀ। ਸਿਰਫ ਨਾਂ ਦਾ ਸਿੱਖ, ਈਵਨ ਹੱਥ 'ਚ ਕੜਾ, ਕੇਵਲ ਤੇ ਕੇਵਲ ਉਸ ਦੀ ਜ਼ੁਬਾਨ ਪੰਜਾਬੀ ਇਹ ਦੇਖੀ ਗਈ, ਉਸ ਦਾ ਕਤਲ ਕਰ ਦਿੱਤਾ ਗਿਆ। ਜਿਹੜੇ ਬਾਅਦ 'ਚ ਪ੍ਰਧਾਨ ਮੰਤਰੀ ਬਣੇ ਮਨਮੋਹਨ ਸਿੰਘ, ਜਿਨ੍ਹਾਂ ਤੋਂ ਇੱਕ ਡਰਾਮੇਬਾਜ਼ੀ ਦੀ ਮਾਫੀ ਮੰਗਾਈ ਗਈ, ਜਾਂ ਈਵਨ ਖੁਸ਼ਵੰਤ ਸਿੰਘ ਜਿਹੜੇ ਇੱਕ ਚੋਟੀ ਦੇ ਲਿਖਾਰੀ ਸਨ, ਜਾਂ ਇਹੋ ਜਿਹੇ ਅਨੇਕਾਂ ਹੋਰ, ਉਹਨਾਂ ਨੇ ਆਪਣੀ ਦਾਸਤਾਨ ਆਪ ਵੀ ਬਿਆਨ ਕੀਤੀ ਹੈ ਅਤੇ ਹਿੰਦੂਤਵਾ ਤੇ ਸਰਕਾਰੀ ਸਟੇਟ ਦਹਿਸ਼ਤ ਦਾ ਬੜਾ ਭਾਵਪੂਰਤ ਮਾਹੌਲ ਬਿਆਨ ਕੀਤਾ। ਉਹਦੇ ਬਾਰੇ ਜ਼ਰੂਰ ਰੋਸ਼ਨੀ ਪਾਓ। ਦੇਖੋ, ਖੁਸ਼ਵੰਤ ਸਿੰਘ ਹੁਣਾਂ ਤਾਂ ਬੜੀ ਨਿਸ਼ਠਾ ਦੇ ਨਾਲ ਸੈਕੂਲਰਿਜ਼ਮ ਦੇ ਮੁੱਦੇ ਤੇ ਪਹਿਰਾ ਦਿੱਤਾ ਆਪਣੀ ਸੋਚ ਤੇ। ਉਹਨਾਂ ਨੇ ਤਾਂ ਲਿਖਿਆ ਵੀ ਹੈ, ਬੀਜੇਪੀ ਨੂੰ ਲੰਮੇ ਹੱਥੀ ਲਿਆ, ਸਾਰਾ ਕੁਝ ਕੀਤਾ ਉਹਨਾਂ ਨੇ। ਮਨਮੋਹਨ ਸਿੰਘ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਬਣੇ ਸੀ, ਬੜੀ ਪਾਵਰਫੁਲ ਪੋਜੀਸ਼ਨ ਸੀ, ਉਹਨਾਂ ਤੋਂ ਉਮੀਦ ਸੀ ਕਿ ਸ਼ਾਇਦ ਉਹਨਾਂ ਦੇ PM ਬਣਨ ਤੋਂ ਬਾਅਦ ਕਿਧਰੇ ਨਾ ਕਿਧਰੇ ਇਸ ਮਸਲੇ ਨੂੰ ਤਨ ਪਤਨ ਲਾਇਆ ਜਾਊਗਾ, ਪਰ ਉਸ ਮਾਮਲੇ 'ਚ ਫੇਲ ਹੋਏ ਆ। ਸਭ ਤੋਂ ਵੱਡਾ ਫੇਲੀਅਰ ਤਾਂ ਇਹ ਸੀਗਾ, ਠੀਕ ਹੈ ਉਹਨਾਂ ਨੂੰ ਸੋਨੀਆ ਗਾਂਧੀ ਨੇ ਆਪਣਾ PM ਦੀ ਕੁਰਸੀ ਬਖਸ਼ ਲਈ। ਹੁਣ ਆਹ ਵੇਖੋ, ਜਿਵੇਂ ਹੁਣ ਰਿਸ਼ੀ ਸੁਨਕ PM ਬਣਿਆ UK ਦਾ, ਤੇ ਅੱਜ BJP ਵਾਲੇ ਭੰਗੜੇ ਪਾ ਰਹੇ, ਜਦੋਂ ਕਿ ਇਹੀ ਲੋਕ ਸੋਨੀਆ ਗਾਂਧੀ ਦੇ PM ਬਣਨ ਦੇ ਖਿਲਾਫ ਸੀਗੇ, ਕਿਉਂਕਿ ਇਟਾਲੀਅਨ ਮੂਲ ਦੀ ਹੈ। ਉਹਨੇ ਜਦੋਂ ਮੌਕਾ ਆਇਆ ਤਾਂ ਉਹ ਮੌਕਾ ਆਪ ਲੈਣ ਦੀ ਥਾਂ 'ਤੇ ਮਨਮੋਹਨ ਸਿੰਘ ਨੂੰ ਦਿੱਤਾ। ਉਹ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਇੱਕ ਦਿਆਨਤਦਾਰੀ ਸੀ ਉਸਦੀ। ਉਸਦਾ ਕਈ ਲੋਕਾਂ ਨੇ ਸਵਾਗਤ ਵੀ ਕੀਤਾ। ਇੱਕ ਮੌਕਾ ਆਇਆ ਸੀਗਾ ਜਿਸ ਦੇ ਵਿੱਚ ਸੋਨੀਆ ਗਾਂਧੀ 2 ਕਦਮ ਅੱਗੇ ਜਾ ਕੇ ਪੁਰਾਣੇ ਜ਼ਖਮਾਂ 'ਤੇ ਮੱਲਮ ਲਾਉਣ ਲਈ ਹੋਰ ਬੜਾ ਕੁਝ ਕਰ ਸਕਦੀ ਸੀ, ਜਿਵੇਂ ਕੈਨੇਡਾ 'ਚ ਹੋਇਆ ਕਿ ਮਾਫੀ ਮੰਗਣੀ, ਫਿਰ ਮਿਲ ਬਹਿ ਕੇ ਰਾਹ ਕੱਢਣੇ ਕਿ ਕਿਵੇਂ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ, ਜਿਹੜੀ ਨਾ ਇਨਸਾਫੀ ਹੋਈ ਇਸਦੀ ਭਰਪਾਈ ਕਿਵੇਂ ਕੀਤੀ ਜਾਵੇ। ਉਸ ਮਾਮਲੇ 'ਚ ਬਿਲਕੁਲ ਉਹ ਫੇਲ ਹੋਈ ਹੈ। ਕੁਝ ਇੱਕ ਇੰਡੀਵਿਜੂਅਲ ਲੈਵਲ 'ਤੇ ਕੋਸ਼ਿਸ਼ਾਂ ਹੋਈਆਂ ਚੰਗੀਆਂ, ਜਿਵੇਂ ਕਿ ਰਣਜੀਤ ਸਿੰਘ ਕੁੱਕੀ ਅਤੇ ਅਵੰਤਿਕਾ ਮਾਕਨ ਦੀ ਦੋਸਤੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤੌਰ 'ਤੇ ਦੂਜੇ ਨਾਲ ਸੰਬੰਧ ਬਣਾ ਲਏ, ਉਸਨੇ ਮਾफ़ ਕਰਤਾ ਰਣਜੀਤ ਕੁੱਕੀ ਨੂੰ, ਉਸ ਦੀ ਖਲਾਸੀ ਹੋਈ ਹੈ। ਉਸ ਤਰ੍ਹਾਂ ਦੀ ਕੋਸ਼ਿਸ਼ਾਂ ਇੰਡੀਵਿਜੂਅਲ ਲੈਵਲ 'ਤੇ ਹੋਈਆਂ, ਪਰ ਜਿਹੜੀ ਕਿ ਸਰਕਾਰੀ ਤੌਰ 'ਤੇ ਹੋ ਸਕਦੀਆਂ ਸੀਗੀਆਂ ਉਹ ਨਹੀਂ ਕੀਤੀਆਂ ਗਈਆਂ। ਉਹ ਮੌਕਾ ਖੁੰਝਾਇਆ ਗਿਆ। ਮਨਮੋਹਨ ਸਿੰਘ ਦੇ ਕਰਕੇ ਜਿਹੜੀ ਨਿਰਾਸ਼ਤਾ ਪੱਲੇ ਪਈ ਉਹ ਇਹ ਸੀਗੀ ਕਿ ਮਨਮੋਹਨ ਸਿੰਘ ਨੇ ਬਹੁਤ ਟੁੱਟੀ ਜਿਹੀ ਮਾਫੀ ਮੰਗੀ ਇਸ ਪੂਰੇ ਕਤਲੇਆਮ ਲਈ। ਉਹ ਕਹਿ ਇਹ ਰਹੇ ਮਾਫੀਨਾਮੇ ਦੇ ਵਿੱਚ ਕਿ ਕੋਈ ਸਾਬਤ ਨਹੀਂ ਹੁੰਦਾ ਕਿ ਕਾਂਗਰਸ ਪਾਰਟੀ ਸ਼ਾਮਲ ਸੀ, ਕੋਈ ਸਾਬਤ ਨਹੀਂ ਹੁੰਦਾ ਕਿ ਜਗਦੀਸ਼ ਟਾਈਟਰ ਕਸੂਰਵਾਰ ਸੀ, ਮੈਂ ਫਿਰ ਵੀ ਮਾਫੀ ਮੰਗਦਾ। ਫਿਰ ਤੁਸੀਂ ਮਾਫੀ ਨਾ ਹੀ ਮੰਗੋ। ਹੁਣ ਕੈਨੇਡਾ ਸਰਕਾਰ ਨੇ ਵੀ ਤਾਂ ਮਾਫੀ ਮੰਗੀ ਹੈ ਕਾਮਾਗਾਟਾ ਮਾਰੋ ਦੀ। ਉਹਨਾਂ ਨੇ ਮੰਨਿਆ ਕਿ ਅਸੀਂ ਗਲਤ ਸੀਗੇ, ਜਿਹੜੇ ਬਜ਼ੁਰਗ ਜਹਾਜ਼ 'ਤੇ ਚੜ੍ਹ ਕੇ ਆਏ ਸੀ ਉਹ ਸਹੀ ਸੀਗੇ, ਅਸੀਂ ਖਿਮਾ ਦੇ ਜਾਚਕ ਹਾਂ, ਇਹ ਗੱਲ ਕਹੀ ਗਈ। ਉਹੋ ਜਿਹੀ ਦਿਆਨਤਦਾਰੀ ਤੁਸੀਂ ਦੱਸ ਦਿਓ ਮਨਮੋਹਨ ਸਿੰਘ ਦੀ ਮਾਫੀ 'ਚ ਨਜ਼ਰ ਆਉਂਦੀ ਕਿਤੇ? ਉਹਦੇ ਮੂੰਹ ਚੋਪੜਨ ਦੀ ਖਾਤਰ ਮਾਫੀ ਮੰਗੀ ਗਈ ਕਿ ਚਲੋ ਠੀਕ ਹੈ ਮੈਂ ਸਿੱਖ ਪ੍ਰਧਾਨ ਮੰਤਰੀ ਹਾਂ ਅਤੇ ਮੈਂ 4 ਗੱਲਾਂ ਕਹੂੰਗਾ ਅਤੇ ਗੱਲ ਨੂੰ ਆਏਗੀ ਕਰ ਦਈਏ। ਇਹ ਗੱਲ ਆਈ ਗਈ ਦੀ ਭਾਵਨਾ ਦੇ ਨਾਲ ਕੀਤੀ ਗਈ, ਨਾ ਕਿ ਦਿਆਨਤਦਾਰੀ ਨਾਲ ਇਸ ਗੱਲ ਨੂੰ ਤਨ ਬਤਨ ਲਾ ਕੇ ਰਿਕੋਗਨੀਸ਼ਨ ਕਰਕੇ ਕੁਝ ਅੱਗੇ ਕੀਤਾ ਗਿਆ। ਮਿਸਾਲ ਤੌਰ 'ਤੇ ਹੁਣ ਜਿਵੇਂ ਦਿੱਲੀ ਦੇ ਵਿੱਚ ਯਾਦਗਾਰ ਬਣੀ ਬੜੀ ਖੂਬਸੂਰਤ, ਸੱਚ ਦੀ ਕੰਧ, ਉਹ ਬਣੀ ਕਿੱਥੇ ਹੈ? ਰਕਾਬਗੰਜ ਸਾਹਿਬ ਦੇ ਗੁਰਦੁਆਰੇ ਦੇ ਅੰਦਰ ਬਣੀ। ਮੈਂ ਰਕਾਬਗੰਜ ਸਾਹਿਬ ਦੀ ਜਿਹੜੀ ਗੁਰਦੁਆਰੇ ਦੀ ਜਿਹੜੀ ਥਾਂ ਨੂੰ ਘਟਾ ਕੇ ਨਹੀਂ ਵੇਖ ਰਿਹਾ, ਉਸ ਦੀ ਆਪਣੀ ਵਾਜਬੀਅਤ, ਉਸ ਦੀ ਆਪਣੀ ਅਹਿਮੀਅਤ ਆ, ਕਿਉਂਕਿ ਕਤਲੇਆਮ ਵੇਲੇ ਉਸ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਪਰ ਚੰਗਾ ਹੁੰਦਾ ਜੇ ਉਹ ਯਾਦਗਾਰ ਗੌਰਮੈਂਟ ਦੀ ਜਿਹੜੀ ਪਬਲਿਕ ਸਪੇਸ ਵਿੱਚ ਬਣਾਈ ਗਈ ਹੁੰਦੀ ਗੌਰਮੈਂਟ ਵੱਲੋਂ। ਜੀ, ਇਸ ਗੱਲ ਨੂੰ ਸਵੀਕਾਰਦਿਆਂ ਹੋਇਆ ਕਿ ਸਾਡੇ ਤੋਂ ਜ਼ਿਆਦਤੀ ਹੋਈ ਹੈ, ਅੱਜ ਅਸੀਂ ਇਹ ਯਾਦਗਾਰ ਬਣਾ ਰਹੇ ਹਾਂ ਔਰ ਅਸੀਂ ਪਛਤਾਤਾਪ ਕਰਨਾ ਚਾਹੁੰਦੇ ਹਾਂ। ਤੁਸੀਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉਸੇ ਦਰਬਾਰ ਸਾਹਿਬ 'ਚ ਤੁਸੀਂ ਪਾਠ ਖੁਲਾਓ, ਸਾਰੀ ਕਾਂਗਰਸ ਪਾਰਟੀ ਜਾ ਕੇ ਉੱਥੇ ਪਛਤਾਤਾਪ ਕਰੇ। ਇਹਨਾਂ ਕੋਲ ਮੌਕੇ ਸੀਗੇ ਉੱਦਾਂ ਦੇ ਆਏ, ਔਰ ਉਹ ਮੌਕੇ ਸੀ ਜਦੋਂ ਅਮਰਿੰਦਰ ਸਿੰਘ ਨੂੰ ਵੀ ਵਾਪਸ ਕਾਂਗਰਸ 'ਚ ਲਿਆਇਆ ਗਿਆ। ਇਹਨਾਂ ਨੇ ਮੌਕੇ ਖੁੰਝਾਏ ਹੈ, ਜਿਸ ਕਾਰਨ ਲੈ ਦੇ ਕੇ ਗੱਲ ਨਿਰਾਸ਼ਤਾ ਹੀ ਪੱਲੇ ਪਈ ਔਰ ਗੱਲ ਕਿਸੇ ਪਾਸੇ ਨਹੀਂ ਲੱਗ ਸਕੀ। ਮੈਂ ਸਮਝਦਾ ਬਹੁਤ ਇੱਕ ਅਫਸੋਸਨਾਕ ਪਲ ਸੀ ਕਾਂਗਰਸ ਪਾਰਟੀ ਲਈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਇਹਨਾਂ ਤੋਂ ਮੌਕਾ ਨਹੀਂ ਸਾਂਭਿਆ ਗਿਆ। ਬਿਲਕੁਲ ਜੀ। ਦੂਸਰੀ ਗੱਲ, ਜਿਵੇਂ ਇਹ ਗੱਲ ਅੱਜ ਵੀ ਅਸੀਂ ਦੱਸਦੇ ਹਾਂ ਕਿ ਜਿਹੜੀ ਇਹ ਨਸਲਕੁਸ਼ੀ ਸੀ ਅਤੇ ਇਹ ਸੱਚ ਹੈ, ਇਸ ਦੇ ਬਾਰੇ ਸਾਡੇ ਲੇਖਕ, ਸਾਡੇ ਚਿੰਤਕ, ਸਾਡੇ ਬੁੱਧੀਜੀਵੀ, ਸਾਡੇ ਪਾਰਲੀਮੈਂਟੇਰੀਅਨ ਦੇਸ਼ ਵਿਦੇਸ਼ ਦੇ ਵਿੱਚ ਜ਼ਰੂਰ ਇਸ ਦੇ ਵਾਸਤੇ ਮਤੇ ਲਗਾਤਾਰ ਲਿਆਉਂਦੇ ਰਹਿਣ। ਆਵਾਜ਼ ਜਿਵੇਂ ਸਿੱਖ ਨੇਸ਼ਨ ਦੀ ਚੱਲਦੀ ਹੈ ਜਾਂ ਹੋਰ ਐਕਟਿਵਿਜ਼ਮ ਚੱਲਦਾ, ਉਹ ਜ਼ਿਆਦਾਤਰ ਇਸ ਗੱਲ ਨੂੰ ਅੱਗੇ ਤੋਰਨ ਦੇ ਵਿੱਚ ਭੂਮਿਕਾ ਨਿਭਾਏ, ਨਾ ਕਿ ਇਹਨਾਂ ਤੋਂ ਅਸੀਂ ਸਿੱਖ ਜੈਨੋਸਾਈਡ ਸ਼ਬਦ ਨੂੰ ਅੱਖੋਂ ਪਰੋਖੇ ਕਰੀਏ। ਇਸੇ ਤਰੀਕੇ ਨਾਲ ਹੋਰ ਉਪਰਾਲੇ, ਇੱਕ ਚੰਦ ਕੁ ਸ਼ਬਦ ਜਿਹੜੇ ਆ ਇਹ ਨਸਲਕੁਸ਼ੀ ਹੀ ਸੀ, ਹੋਰ ਕੀ ਸੀ, ਇਹ ਤੁਹਾਡੇ ਨਾਲ ਮੈਂ ਸਾਂਝੇ ਵੀ ਕਰ ਰਿਹਾ। ਇਹਨਾਂ ਦੇ ਵਿੱਚੋਂ ਤੁਸੀਂ ਦੇਖ ਲਓਗੇ ਸਕਰੀਨ 'ਤੇ ਵੀ ਅਸੀਂ ਤੁਹਾਡੇ ਨਾਲ ਉਹ ਕਵਿਤਾ ਦੇ ਕੁਝ ਬੋਲ ਸਾਂਝੇ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਇਸ ਚੀਜ਼ ਨੂੰ ਬਿਆਨ ਕੀਤਾ ਗਿਆ ਕਿ ਇਹ ਨਸਲਕੁਸ਼ੀ ਕਿਵੇਂ ਸੀ, ਇਹ ਨਸਲਕੁਸ਼ੀ ਦਾ ਦੁਖਾਂਤ ਜਿਹੜਾ ਹੈ ਉਹ ਸਾਡੇ ਸੰਤਾਪ ਨੂੰ ਕਿਵੇਂ ਬਿਆਨ ਕਰਦਾ ਹੈ। ਕਿਉਂਕਿ ਇਹ ਜਿਹੜੀ ਨਸਲਕੁਸ਼ੀ ਦਾ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ, ਇਸ ਦੁਖਾਂਤ ਦੇ ਬਾਰੇ ਅਜੇ ਤੱਕ ਸਾਨੂੰ ਕੁਝ ਕਹਿਣ ਤੋਂ ਮੂੰਹ ਬੰਦ ਕੀਤਾ ਜਾ ਰਿਹਾ, ਰੋਕਿਆ ਜਾ ਰਿਹਾ, ਜਾਂ ਇਹਨਾਂ ਦੇ ਵਿੱਚ ਹਕੂਮਤ ਜਿਹੜੀ ਹੈ, ਇੰਡੀਅਨ ਸਟੇਟ ਹੈ, ਅਜੇ ਦੇਸ਼ ਵਿਦੇਸ਼ ਦੇ ਵਿੱਚ ਵੀ ਜਿਹੜਾ ਪ੍ਰਭਾਵ ਪਾ ਰਹੀ ਹੈ।
ਸੱਚਾਈ ਇਹ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਹੋਰ ਨਸਲਕੁਸ਼ੀਆਂ ਜਿਹੜੀਆਂ ਹੋਈਆਂ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ, ਇਹ ਨਸਲਕੁਸ਼ੀ ਨੂੰ ਵੀ ਮੰਨਿਆ ਜਾਏ। ਇਨਸਾਫ ਮਿਲਣਾ ਕਿੱਥੇ ਮਿਲਣਾ, ਕਿਵੇਂ ਮਿਲਣਾ, ਇਹ ਦੇਰ ਦੀ ਗੱਲ ਹੈ। ਇਹ ਇਨਸਾਫ ਦੇ ਹਾਲਾਤ ਜਿਹੜੇ ਨੇ ਉਹ ਵੀ ਸਾਡੇ ਸਾਹਮਣੇ ਨੇ ਕਿ ਸ਼ਾਇਦ ਇਹ ਨਾ ਹੀ ਮਿਲਣ, ਪਰ ਇਹਦੇ ਸ਼ਬਦਾਂ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਹਨਾਂ ਦੇ ਵਿੱਚ ਇਹ ਨਸਲਕੁਸ਼ੀ ਦੇ ਦੁਖਾਂਤ ਨੂੰ ਜ਼ਰੂਰ ਚਾਹਾਂਗੇ ਕਿ ਤੁਸੀਂ ਖਿਆਲ ਦੇ ਨਾਲ ਸੁਣੋ ਵੀ। ਜਦ ਸੱਤਾ ਦੇ ਸਿੰਘਾਸਣ ਉੱਪਰ ਬੈਠ ਜਾਣ ਆਦਮਖੋਰ, ਜਦ ਸੱਤਾ ਦੇ ਸਿੰਘਾਸਣ ਉੱਪਰ ਬੈਠ ਜਾਣ ਆਦਮਖੋਰ ਤੇ ਦਰਦਨਾਕ ਉਹਨਾਂ ਦੇ ਮੁਕੱਦਮ ਨਾਲ ਆ ਰਲਣ ਤੇ ਕੁਤੀੜ ਆਦਮਬੋ ਕਰਦੀ ਟੁੱਟ ਪਏ ਬੇਗੁਨਾਹਾਂ ਤੇ ਖੇਡਣ ਖੂਨ ਦੀ ਹੋਲੀ ਮਾਸੂਮ ਬਾਲਾਂ ਧੀਆਂ ਤੇ ਬਿਰਧਾਂ ਦੀ ਧਰਤੀ ਤੇ ਹਰ ਥਾਂ ਹੋ ਜਾਏ ਲਹੂ ਲਹਾਨ, ਹੋਰ ਕਿਸ ਨੂੰ ਕਹੋਗੇ ਨਸਲਕੁਸ਼ੀ। ਜਦ ਰੱਖਿਅਕ ਹੀ ਬਣ ਜਾਣ ਪੱਖਿਅਕ ਤੇ ਮਿਥ ਕੇ ਕਰਨ ਨਿਸ਼ਾਨਦੇਹੀ ਮਜ਼ਲੂਮਾਂ ਦੀ, ਘੜਨ ਯੋਜਨਾ ਖੁਰਾ ਖੋਜ ਮਟਾਉਣ ਦੀ, ਕਰਨ ਜਨੂਨੀਆਂ ਦੀ ਪੁਸ਼ਟ ਪਨਾਹੀ ਤੇ ਦੇਣ ਖੋਲ ਮੌਤ ਦੇ ਤਾਂਡਵ ਦੀ, ਜਿੱਥੇ ਵੀ ਕੋਈ ਖਾਸ ਨਸਲ ਦਾ ਕੋਈ ਖਾਸ ਸ਼ਖਸ ਜਿਉਂਦੇ ਹੀ ਜਲਾ ਦਿੱਤਾ ਜਾਏ ਸ਼ਰੇ ਬਾਜ਼ਾਰ ਤੇ ਪਿੱਛੇ ਬਚੇ ਨਾ ਉਸ ਦਾ ਘਰ ਪਰਿਵਾਰ, ਹੋਰ ਕਿਸ ਨੂੰ ਕਹੋਗੇ ਨਸਲਕੁਸ਼ੀ। ਜਦ ਸਰਕਾਰੀ ਦਹਿਸ਼ਤਗਰਦ ਦਾ ਹੋਵੇ ਨੰਗਾ ਨਾਚ, ਜਦ ਸਰਕਾਰੀ ਦਹਿਸ਼ਤਗਰਦੀ ਦਾ ਹੋਵੇ ਨੰਗਾ ਨਾਚ, ਆਕਾਸ਼ ਨੂੰ ਛੂ ਜਾਵਣ ਜਾਨੂਨੀ ਨਜ਼ਾਰਿਆਂ ਦੇ ਭਾਂਬੜ, ਮਖੌਟਾ ਤਾਰੀ ਨਾਇਕ ਪਾਉਣ ਬਲਦੀ ਤੇ ਤੇਲ ਤੇ ਚੀਖਣ ਪਏ ਖੂਨ ਦਾ ਬਦਲਾ ਖੂਨ, ਇੱਕ ਨਹੀਂ ਸੈਂਕੜੇ ਹਜ਼ਾਰਾਂ ਦਾ ਖੂਨ, ਹਰ ਇੱਕ ਸਿੱਖ ਦਾ ਖੂਨ, ਬੁੱਢੀ ਮਾਂ ਦਾ ਖੂਨ, ਬਿਰਧ ਬਾਪ ਦਾ ਖੂਨ, ਜਵਾਨ ਧੀ ਦਾ ਖੂਨ, ਜਵਾਨ ਪੁੱਤ ਦਾ ਖੂਨ, ਧੀ ਮੁਟਿਆਰ ਦਾ ਖੂਨ, ਅਣਜੰਮੇ ਜੀਆਂ ਦਾ ਖੂਨ, ਇੱਕੋ ਸ਼ਕਲ ਦਾ ਖੂਨ, ਇੱਕੋ ਨਸਲ ਦਾ ਖੂਨ। ਮੈਨੂੰ ਦੱਸੋ ਤਾਂ ਸਹੀ, ਹੋਰ ਕਿਸ ਨੂੰ ਕਹੋਗੇ ਨਸਲਕੁਸ਼ੀ, ਹੋਰ ਕਿਸ ਨੂੰ ਕਹੋਗੇ ਨਸਲਕੁਸ਼ੀ। ਨਸਲਕੁਸ਼ੀ ਦੀਆਂ ਜਿਹੜੀਆਂ ਸਾਰੀਆਂ ਪਰਿਭਾਸ਼ਾਵਾਂ ਜਾਂ ਜੋ ਨਸਲਕੁਸ਼ੀ ਦਾ ਆਧਾਰ ਹੁੰਦਾ ਹੈ, ਉਹ ਸਾਰਾ ਕੁਝ ਇਸ ਦੁਖਾਂਤ ਦੇ ਵਿੱਚ ਹੈ। ਪਰ ਕੀ ਕਾਰਨ ਹੈ ਕਿ ਇਸ ਨੂੰ ਨਸਲਕੁਸ਼ੀ ਦੀ ਮਾਨਤਾ ਦੇਣ ਦੀ ਥਾਂ 'ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅਖੀਰ 'ਚ ਗੁਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਆਪਣੀ ਕਿਤਾਬ ਦਾ ਜ਼ਿਕਰ ਕੀਤਾ, ਆਪਣੇ ਜੋ ਅਨੁਭਵ ਹੈ ਉਹਨਾਂ ਦਾ, ਅਤੇ ਬਾਕੀ ਸਾਰੇ ਲਿਖਤਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਸੋ ਸਾਡੇ ਦਰਸ਼ਕਾਂ ਨੂੰ ਇਹ ਨਵੰਬਰ 84 ਦੇ ਦੁਖਾਂਤ ਦੇ ਪ੍ਰਸੰਗ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਇਸ ਦੀ ਸਹੀ ਪਰਿਭਾਸ਼ਾ ਉਹ ਦੁਨੀਆ ਦੇ ਸਾਹਮਣੇ ਰੱਖੀ ਜਾਵੇ। ਇਨਸਾਫ ਦੀ ਲੜਾਈ ਅਜੇ ਮੁੱਕੀ ਨਹੀਂ। ਬੇਸ਼ੱਕ ਰਾਜੀਵ ਗਾਂਧੀ ਵਰਗੀ ਸ਼ਖਸੀਅਤਾਂ ਚੱਲ ਵਸੀਆਂ ਨੇ, ਪਰ ਉਹਨੂੰ ਜਵਾਬ ਦੇ ਬਣਾਉਣਾ ਜ਼ਰੂਰੀ ਹੈ ਜੀ। ਉਹਦੇ ਨਾਂ 'ਤੇ ਹਵਾਈ ਅੱਡਾ ਵੀ ਹੈ, ਭਾਰਤ ਨੂੰ ਦਿੱਤਾ ਗਿਆ, ਇਹ ਸਾਰੇ ਦੀ ਵਾਪਸੀ ਹੋਵੇ। ਸੋ ਲਗਾਤਾਰ ਲੋਕਾਂ ਨੂੰ ਕੰਮ ਕਰਨਾ ਚਾਹੀਦਾ ਔਰ ਨਾਲ ਦੇ ਨਾਲ ਵੇਖਣਾ ਚਾਹੀਦਾ ਕਿ ਅੱਜ ਦੇ ਸਮੇਂ 'ਚ ਉਸ ਜਿਹੜੀ ਇਸ ਦੁਖਾਂਤ ਦੀ ਪ੍ਰਸੰਗਿਕਤਾ ਕੀ ਹੈ। ਬਾਕੀ ਭਾਈਚਾਰੇ ਦੇ ਖਿਲਾਫ ਵੀ ਜ਼ੁਲਮ ਹੋ ਰਹੇ ਨੇ, ਉਸੇ ਤਰਸ 'ਤੇ ਸਾਨੂੰ ਉੱਥੇ ਵੀ ਆਪਣਾ ਮੂੰਹ ਖੋਲ੍ਹਣਾ ਚਾਹੀਦਾ। ਬਹੁਤ ਸ਼ੁਕਰੀਆ ਜੀ, ਹਾਰਦਿਕ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਅਖੀਰ ਦੇ ਵਿੱਚ ਅੱਜ ਦੀ ਇਸ ਗੱਲਬਾਤ ਨੂੰ ਸਮੇਟਦਿਆਂ ਹੋਇਆ, 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ। ਉਸ ਤੋਂ ਪਹਿਲਾਂ ਦਰਬਾਰ ਸਾਹਿਬ 'ਤੇ ਜੂਨ 84 ਦੇ ਵਿੱਚ ਹਮਲਾ ਹੋਇਆ। ਜਨਰਲ ਵੈਦਿਆ ਜਿਸ ਦੀ ਅਗਵਾਈ 'ਚ ਹਮਲਾ ਹੋਇਆ, ਉਸ ਨੂੰ ਜੋ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਸੋਧਿਆ। ਇੰਦਰਾ ਗਾਂਧੀ ਦਾ ਜਿਹੜਾ ਕਤਲ ਹੋਇਆ, ਜਿਸ ਦੇ ਵਿੱਚ ਮੌਕੇ 'ਤੇ ਹੀ ਭਾਈ ਬੇਅੰਤ ਸਿੰਘ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਤਵੰਤ ਸਿੰਘ, ਕੇਹਰ ਸਿੰਘ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਫਾਂਸੀ ਦਿੱਤੀ ਗਈ। ਪਰ ਜਿਹੜੇ ਕਤਲੇਆਮ ਕਰਨ ਵਾਲੇ ਉਸ ਤੋਂ ਬਾਅਦ ਦੇ ਮੰਤਰੀ, ਉਹਨਾਂ ਦੇ ਨੁਮਾਇੰਦੇ ਲੋਕ ਸਨ। ਅੱਜ 38 ਸਾਲ ਦਾ ਸਫ਼ਰ ਗੁਜ਼ਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੈ, ਕੋਈ ਉਹਨਾਂ ਨੂੰ ਫਾਂਸੀ ਨਹੀਂ ਹੈ, ਕੋਈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੈ। ਚੰਦ ਕੁ ਲੋਕ ਜਿਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਮਾੜੀਆਂ ਮੋਟੀਆਂ, ਉਹ ਵੀ ਸਿਰਫ ਇੱਕ ਮਹਿਜ਼ ਗੋਂਗਲੂਆਂ ਤੋਂ ਮਿੱਟੀ ਝਾੜਨ ਜਾਂ ਅੱਖਾਂ ਪੂੰਝਣ ਤੱਕ ਦੀ ਗੱਲ ਹੈ। ਸਰਕਾਰ ਜਿਹੜੀ ਦਾਅਵਾ ਕਰਦੀ ਹੈ ਕਿ ਅਸੀਂ ਕਾਂਗਰਸ ਦੇ ਉਲਟ ਇਹ ਕਾਰਵਾਈ ਕਰਾਂਗੇ, ਉਸਨੇ ਸਿਰਫ ਇੱਕ ਨਮੂਨੇ ਦੇ ਤੌਰ 'ਤੇ ਆਪਣੇ ਹਿੱਤ ਦੇ ਵਾਸਤੇ ਕਦੇ ਨਾ ਕਦੇ ਟਵਿੱਟਰ 'ਤੇ ਇਸ ਨੂੰ ਜੈਨੋਸਾਈਡ ਕਹਿਤਾ। ਪਰ ਅੱਜ ਕੀ ਭਾਰਤੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਮੌਜੂਦਾ ਸਰਕਾਰ ਲਿਆਏਗੀ ਕਿ ਨਸਲਕੁਸ਼ੀ ਹੈ? ਕਿ ਵਿਦੇਸ਼ਾਂ 'ਚ ਜਿੱਥੇ ਸਿੱਖ ਇਸ ਦੀ ਆਵਾਜ਼ ਉਠਾ ਰਹੇ ਨੇ, ਉਹਨਾਂ ਨੂੰ ਦਬਾਉਣ ਦੀ ਨੀਤੀ ਜਿਹੜੀ ਬਦਲੇਗੀ? ਲੱਗਦਾ ਨਹੀਂ ਹੈ। ਸਾਨੂੰ ਆਪ ਉੱਠਣਾ ਪਏਗਾ। ਇਨਸਾਫ ਕੂਕਣ ਦੀ ਥਾਂ 'ਤੇ ਦੁਨੀਆ ਨੂੰ ਸੱਚ ਦੱਸਣਾ ਪਏਗਾ। ਇਹੋ ਜਿਹਾ ਇਨਸਾਫ ਦੇਰ ਨਾਲ ਮਿਲਿਆ ਵੀ ਤਾਂ ਕੋਈ ਅਰਥ ਨਹੀਂ। ਇਹ ਲੇਲੜੀਆਂ ਕੱਢਣ ਦੀ ਥਾਂ 'ਤੇ ਸਾਨੂੰ ਦੱਸਣਾ ਬਣਦਾ ਕਿ ਸਾਡੇ ਨਾਲ ਹੋਇਆ ਕੀ ਹੈ। ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਣਾ ਬਣਦਾ ਕਿ ਕਦੇ ਭਾਰਤ ਦੇ ਵਿੱਚ ਜ਼ੁਲਮ ਹੋਇਆ ਸੀ,
ਸਿੱਖਾਂ ਤੇ ਵੀ ਬਹੁਤ ਜ਼ੁਲਮ ਹੋਇਆ ਹੈ। ਜਦੋਂ ਮੁਗਲਿਆ ਹਕੂਮਤ ਸੀ ਸੱਤਾ ਦੇ ਵਿੱਚ ਤਾਂ ਸਿੱਖ ਉਸ ਦੇ ਖਿਲਾਫ ਲੜੇ ਤੇ ਸਭ ਤੋਂ ਜ਼ਿਆਦਾ ਵੱਡਾ ਤੇ ਛੋਟਾ ਘੱਲੂਘਾਰਾ ਸਿੱਖਾਂ ਨੂੰ ਝੱਲਣੇ ਪਏ, ਜਦ ਕਿ ਬਾਕੀ ਹਿੰਦੂਤਵੀ ਤਾਕਤਾਂ ਉਸ ਵੇਲੇ ਬਚਤ ਦੇ ਵਿੱਚ ਸਨ। ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਚਾਂਦਨੀ ਚੌਕ ਦੇ ਵਿੱਚ, ਕਿਉਂਕਿ ਤਿਲਕ ਤੇ ਜੰਝੂ ਖੋਏ ਜਾ ਰਹੇ ਸਨ ਤੇ ਘੱਟ ਗਿਣਤੀ ਜਾਂ ਪੀੜਤ ਲੋਕ ਜਾਂ ਭਾਈਚਾਰਾ ਜਿਸ ਤਰੀਕੇ ਨਾਲ ਉਸ ਦੇ ਲਈ ਆਵਾਜ਼ ਉਠਾਈ। ਅੰਗਰੇਜ਼ਾਂ ਨੇ ਭਾਰਤ ਦੇ ਉੱਪਰ ਕਬਜ਼ਾ ਕੀਤਾ, ਉਹਨਾਂ ਦੇ ਖਿਲਾਫ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਸਿੱਖਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ, ਘੱਟ ਗਿਣਤੀ ਦੇ ਬਾਵਜੂਦ ਯੁੱਧ ਲੜੇ, ਉਹਨਾਂ ਦੇ ਖਿਲਾਫ ਸੰਘਰਸ਼ ਕੀਤੇ, ਸ਼ਹੀਦੀਆਂ ਪਾਈਆਂ। ਅੱਜ ਕਹਿਣ ਨੂੰ ਭਾਰਤ ਆਜ਼ਾਦ ਹੈ, ਪਰ ਉਸ ਦੇ ਵਿੱਚ ਸਿੱਖ ਨਸਲਕੁਸ਼ੀ ਹੋਈ, ਉਸ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਦੇ ਵਿੱਚ ਗੁਜਰਾਤ ਕਤਲੇਆਮ ਹੋਇਆ, ਉਸ ਦੇ ਵਿੱਚ ਲਗਾਤਾਰ ਘੱਟ ਗਿਣਤੀਆਂ ਪੀੜਤ ਨੇ। ਸਿੱਖ ਨਸਲਕੁਸ਼ੀ ਦੇ ਉਸ ਦੁਖਾਂਤ ਨੂੰ ਅੱਜ ਜਦੋਂ ਅਸੀਂ ਯਾਦ ਕਰਦੇ ਹਾਂ, ਅਸੀਂ ਇਹ ਮੰਨੀਏ, ਆਪਣੀਆਂ ਪੀੜ੍ਹੀਆਂ ਨੂੰ ਵੀ ਦੱਸੀਏ ਕਿ ਪਿਛਲੇ ਇਤਿਹਾਸ ਤੋਂ ਵੀ ਬੱਤਰ ਜਿਹੜੇ ਹਾਲਾਤ ਨੇ ਅੱਜ ਹੋਏ ਨੇ, ਕਿਉਂਕਿ ਇਹੋ ਜਿਹੇ ਇਨਸਾਫ ਤੇ ਆਪਣੀ ਅਖੌਤੀ ਸਰਕਾਰ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਦਰਕਿਨਾਰ ਕਰਦੀ ਹੈ। ਮੁਗਲਾਂ ਅਤੇ ਫਰੰਗੀਆਂ ਤੋਂ ਵੱਧ ਅਤਿਆਚਾਰ, ਮੁਗਲਾਂ ਅਤੇ ਫਰੰਗੀਆਂ ਤੋਂ ਵੱਧ ਅਤਿਆਚਾਰ, ਨਸਲਕੁਸ਼ੀ ਸਿੱਖ ਕੌਮ ਦੀ ਕੀਤੀ ਹਿੰਦ ਸਰਕਾਰ, ਨਸਲਕੁਸ਼ੀ ਸਿੱਖ ਕੌਮ ਦੀ ਕੀਤੀ ਹਿੰਦ ਸਰਕਾਰ। ਆਪ ਸਮੂਹ ਦਰਸ਼ਕਾਂ ਦਾ ਧੰਨਵਾਦ।